नीति आयोग की बैठक की इस विचाले ऑर्ਡੀਨੈਂਸ ਦੀ ਤੇ जो मुलाकातां ਦਾ दौर जारी है देश भर ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੋ ਆਗੂਆਂ ਦੇ ਨਾਲ ਮਿਲ ਰਹੇ ਨੇ ਉਸ ਦਾ ਵੀ ਜ਼ਿਕਰ ਜਾਂ ਚਰਚਾ ਤਾਂ ਇਸ ਸਮੇਂ ਬਹੁਤ ਹੈ। ਇਸ ਸਾਰੇ ਮੁੱਦੇ ਉੱਤੇ ਗੱਲਬਾਤ ਕਰਾਂਗੇ। ਨੀਤੀ ਆਯੋਗ ਦੀ ਬੈਠਕ ਦੇ ਵਿੱਚ ਨਾ ਜਾਣਾ ਕੀ ਨੁਕਸਾਨ ਵਾਲਾ ਹੋ ਸਕਦਾ ਹੈ, ਪਰ ਦੂਜਾ ਪੁਆਇੰਟ ਇਹ ਵੀ ਹੈ कि जेकर नीति आयोग की बैठक दे विच पिछली बार गए सी कोई गल बनी ही नहीं या कोई मसला हल होया ही नहीं या फंड साडे रोक ले गए जो पंजाब च आम आदमी पार्टी की सरकार कह रही है, तो फिर जाने का फायदा की। एक चर्चा हो रही है कहते फोटो खिचवाण तां असीं नहीं जाना, उत्थे मसले हल होण इस करके असीं जावांगे। शुरुआत करते हैं, सब तो पहले तुहाडा तारुफ करवावांगे अज दे मेहमानां दे नाल, उस तो बाद चर्चा की शुरुआत होएगी। मेहमान जिहड़े साडे नाल इस चर्चा दे विच शामिल हो रहे हैं आम आदमी पार्टी नूं जगतार सिंह करनगे। संघेड़ा साहब बहुत बहुत स्वागत है। एडवोकेट अर्शप्रीत खडियाल जी जुड़ रहे हैं, कांग्रेस को रिप्रेजेंट करेंगे। खडियाल साहब स्वागत है। अनिल सरीन जी साडे नाल जुड़ रहे हैं, बीजेपी को रिप्रेजेंट करेंगे। सरीन साहब स्वागत है। ते साडे नाल हरजीत भुल्लर जी भी जुड़ रहे हैं, श्रोमणी अकाली दल को रिप्रेजेंट करेंगे। भुल्लर साहब बहुत बहुत स्वागत है। सारे मेहमानों का स्वागत है। शुरुआत अज बीजेपी तो। सरीन साहब, तुसीं पंजाब दे नाल धक्काशाही करदे हो, वितकरा करदे हो, भेदभाव करदे हो, केंद्र की सरकार तो भाव है, ते फंड रोक लैंदे हो, ਤਾਂ ਫਿਰ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਪੰਜਾਬ ਕਰਨ ਕੀ ਜਾਵੇ। ਪਹਿਲਾਂ ਜਿਹੜੀਆਂ ਬੈਠਕਾਂ ਹੋਈਆਂ ਪੰਜਾਬ ਸਰਕਾਰ ਦਾ ਤਰਕ ਹੈ ਕਿ ਜਿਹੜੀਆਂ ਪਹਿਲਾਂ ਬੈਠਕਾਂ ਹੋਈਆਂ ਉੱਥੇ ਜਿਹੜੇ ਮਸਲੇ ਵਿਚਾਰੇ ਗਏ ਜਾਂ ਅਸੀਂ ਪੰਜਾਬ ਵਾਲਿਆਂ ਨੇ ਜਾ ਕੇ ਆਪਣੀ ਗੱਲ ਰੱਖੀ ਤੇ ਉੱਥੇ ਕੋਈ ਗੱਲ ਤਾਂ ਬਣੀ ਨਹੀਂ, ਤਾਂ ਫਿਰ ਹੁਣ ਮੀਟਿੰਗ ਫਿਰ ਦੁਬਾਰਾ ਕਰ ਰਹੇ ਹੋ ਤੇ ਫੋਟੋ ਖਿਚਵਾ ਕੇ ਆ ਜਾਾਂਗੇ, ਉਹਦਾ ਵੀ ਕੀ ਫਾਇਦਾ। गौरव जी, जिथे तक ते फोटो खिचाने का सवाल है, फोटो तो रोज ही खिचाते रहे और पूरे अखबार दियां ਐਡਾਂ 'ਚ ਆਪਾਂ ਭਗਵੰਤ ਮਾਨ ਜੀ ਨੂੰ ਦੇਖਦੇ ਹਾਂ, ਫੋਟੋ ਦਾ ਸ਼ੌਕ ਤੇ ਇਹਨਾਂ ਦਾ ਜਿਹੜਾ ਹੈਗਾ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ। ਚਲੋ, ਨੀਤੀ ਆਯੋਗ 'ਚ ਬੈਠਕ 'ਚ ਨਾ ਜਾਣਾ ਮੈਂ ਸਮਝਦਾ ਇਸ ਤੋਂ ਮੰਦਭਾਗਾ ਕੁਝ ਨਹੀਂ ਹੋ ਸਕਦਾ। ਆਪਣੀ ਨਲਾਇਕੀ ਨੂੰ ਛੁਪਾਉਣ ਵਾਸਤੇ ਆਪਾਂ ਦੂਜਿਆਂ ਤੇ ਦੋਸ਼ ਲਾਣਾ, ਇਹ ਆਮ ਆਦਮੀ ਪਾਰਟੀ ਦੇ ਡੀਐਨਏ, ਉਹਦੀ ਫਿਤਰਤ ਹੈਗੀ ਹੈ। ਮੈਨੂੰ ਇੱਕ ਚੀਜ਼ ਦੱਸੋ, ਨੀਤੀ ਆਯੋਗ ਦੀ ਬੈਠਕ ਕਿਉਂ ਹੁੰਦੀ ਹੈ? ਚਾਹੇ ਇਹਨਾਂ ਨੂੰ ਪੂਰੀ ਸੰਘੇੜਾ ਸਾਹਿਬ ਤੇ ਬਹੁਤ ਸਿਆਣੇ ਨੇ ਔਰ ਸਿਆਣੇ ਅਫਸਰ ਨੇ, ਮੈਂ ਇਹਨਾਂ ਦਾ ਸਤਿਕਾਰ ਵੀ ਬਹੁਤ ਕਰਦਾ। ਇਹ ਚੰਗੀ ਤਰ੍ਹਾਂ ਜਾਣਦੇ ਨੇ ਪੰਜਾਬ ਦਾ ਉਹਨਾਂ ਤੇ ਵਿਚਾਰ ਹੁੰਦਾ ਹੈ। ਜੇ ਬਾਕੀ ਸਾਰੇ ਆਪਾਂ ਸਿਰਫ ਇਹ ਕਹੀਏ ਜੀ ਪੰਜਾਬ ਦੇ ਗੱਲ ਨਹੀਂ ਸੁਣਦੇ, ਬਾਕੀ ਸਟੇਟਾਂ ਆ ਰਹੀਆਂ ਨੇ, ਚਾਹੇ ਉਹ ਆਪੋਜੀਸ਼ਨ ਰੂਲਡ ਨੇ ਚਾਹੇ ਬੀਜੇਪੀ ਰੂਲਡ ਸਟੇਟਸ ਹੈਗੀਆਂ ਨੇ, ਜੋ ਸਾਰੀਆਂ ਸਟੇਟਾਂ ਉਹ 'ਚ ਪਾਰਟਿਸਿਪੇਟ ਕਰਦੀਆਂ ਨੇ, ਇਹ ਅਨੋਖੇ ਜੰਮੇ ਨੇ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ। ਇਹਦਾ ਮਤਲਬ ਇਹਨਾਂ ਦੀਆਂ ਗੱਲਾਂ ਜ਼ਿਆਦਾਤਰ ਇਰੈਲੇਵੈਂਟ ਹੁੰਦੀਆਂ ਹੋਣਗੀਆਂ, ਜਿਹੜੀਆਂ ਪੂਰੀਆਂ ਨਹੀਂ ਹੋ ਪਾਉਂਦੀਆਂ। ਨਹੀਂ, ਮਮਤਾ ਬੈਨਰਜੀ ਵੀ ਨਹੀਂ ਆ ਰਹੇ, ਜੋ ਸਾਡੇ ਕੋਲ ਜਾਣਕਾਰੀ, ਮਮਤਾ ਬੈਨਰਜੀ ਵੀ ਨਹੀਂ ਆ ਰਹੇ। ਮੈਂ ਇੱਕ ਅੱਗੇ ਸੁਣ ਲਓ ਮੇਰੀ ਗੱਲ। ਹੁਣ ਇਹਨੇ ਸਵੇਰੇ ਪਹਿਲਾਂ ਬਿਆਨ ਦਿੱਤਾ ਸਾਡਾ ਆਰਡੀਐਫ ਨਹੀਂ ਦਿੱਤਾ, ਇਸ ਕਰਕੇ ਅਸੀਂ ਨਹੀਂ ਜਾ ਰਹੇ। ਪਹਿਲਾ ਬਿਆਨ ਇਹਨਾਂ ਦਾ ਇਹੀ ਆਇਆ ਸੀਗਾ। ਸੰਘੇੜਾ ਸਾਹਿਬ ਬੈਠੇ ਨੇ, ਪੁਰਾਣੇ ਅਫਸਰ ਨੇ, ਬਹੁਤ ਸਿਆਣੇ ਅਫਸਰ ਨੇ। ਸੰਘੇੜਾ ਸਾਹਿਬ, ਮੈਨੂੰ ਇਹ ਦੱਸੋ, ਕਿਆ ਆਪਾਂ ਸੈਂਟਰ ਗਵਰਨਮੈਂਟ ਕੋਈ ਵੀ ਗ੍ਰਾਂਟ ਜਿਹੜੀ ਦਿੰਦੀ ਹੈ ਜਾਂ ਕੋਈ ਵੀ ਉੱਥੋਂ ਏਡ ਆਉਂਦੀ ਹੈ, ਉਹਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਜਾਂ ਉਹਦੀ ਯੂਟੀਲਾਈਜੇਸ਼ਨ ਜਿਹੜੇ ਕੰਮਾਂ ਤੇ ਕੀਤੀ ਜਾਣੀ ਚਾਹੀਦੀ ਹੈ, ਇੱਕ ਸਪੈਸੀਫਾਈਡ ਆਰਡੀਐਫ ਦਾ, ਕਿ ਵੀ ਉਹ ਮੰਡੀਆਂ ਦੇ ਰੱਖ ਰਖਾਵ ਵਾਸਤੇ ਹੋਏਗੀ, ਮੰਡੀਆਂ ਦੇ ਫਰਸ਼ ਪੱਕੇ ਕਰਨ ਵਾਸਤੇ ਹੋਏਗੀ, ਫਸਲਾਂ ਦੇ ਸ਼ੈੱਡ ਬਣਾਏ ਜਾਣਗੇ ਜਿੱਥੇ ਫਸਲਾਂ ਰੱਖੀਆਂ ਜਾ ਸਕਣ, ਕਿਸਾਨ ਜਿਹੜੇ ਆਉਂਦੇ ਨੇ ਉੱਥੇ ਸ਼ੈੱਡ ਜਾਂ ਉਹਨਾਂ ਦੇ ਰੁਕਣ ਦੀ ਵਿਵਸਥਾ ਹੋਵੇ, ਪਾਣੀ ਦੀ ਵਿਵਸਥਾ ਹੋਵੇ, ਉਹਨਾਂ ਦੇ ਟਾਇਲਟਸ ਦੀ ਵਿਵਸਥਾ ਹੋਵੇ, ਪਿੰਡਾਂ ਦੀ ਸੜਕਾਂ ਬਣਨ ਦੀ ਵਿਵਸਥਾ ਹੋਵੇ। ਇਹ ਸਾਰੇ ਕੰਮ ਵਾਸਤੇ ਹੀ ਸਿਰਫ ਆਰਡੀਐਫ ਯੂਜ਼ ਕੀਤਾ ਜਾਂਦਾ ਹੈ। ਲੇਕਿਨ ਪੰਜਾਬ ਦੀ ਬਦਕਿਸਮਤੀ ਕੀ ਹੈ ਕਿ ਪੰਜਾਬ ਦਾ ਆਲਰੇਡੀ ਮੰਡੀ ਬੋਰਡ ਦਾ ਜਿੰਨੀ ਇਨਕਮ ਹੈਗੀ ਹੈ ਉਹ ਸਾਰੀ ਤੇ ਪਲੈਜ ਕੀਤੀ ਹੋਈ ਹੈ, ਯਾਨੀ ਕਿ ਲਗਭਗ 1100 ਕਰੋੜ ਰੁਪਈਆ ਜਿਹੜਾ ਇਹ ਕਹਿੰਦੇ ਨੇ ਕਿ ਆਣਾ ਹੈਗਾ, ਉਹ ਸਾਰੇ ਦੇ ਪਹਿਲਾਂ ਹੀ ਅਸੀਂ ਪਲੈਜ ਕੀਤਾ ਹੈ। ਤੇ ਫਿਰ ਆਰਡੀਐਫ ਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਕਿਵੇਂ ਪੂਰੀਆਂ ਹੋ ਸਕਦੀਆਂ ਨੇ? ਉਹ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ, ਕਿਉਂਕਿ ਪਿਛਲਾ ਹਿਸਾਬ ਨਹੀਂ ਦੇ ਰਹੇ, ਅਗਲਾ ਰਿਲੀਜ਼ ਨਹੀਂ ਹੋ ਰਿਹਾ। ਕੇਂਦਰ ਦੀ ਕੋਈ ਐਸੀ ਮਨਸ਼ਾ ਨਹੀਂ ਕਿ ਆਰਡੀਐਫ ਫੰਡ ਰੋਕਣਾ ਹੈ। ਇਹ ਅੱਜ ਹਿਸਾਬ ਦੇ ਦੇਣ, ਸਵੇਰੇ ਇਹਨਾਂ ਸਾਰੀ ਪੇਮੈਂਟ ਰਿਲੀਜ਼ ਹੋ ਜਾਏਗੀ, ਪਿਛਲੀ ਪੇਮੈਂਟ ਆਈ ਹੈ। ਪ੍ਰੋਬਲਮ ਇਹ ਹੈ ਕਿ ਪਿਛਲਾ ਹਿਸਾਬ ਦਿੰਦੇ ਨਹੀਂਗੇ, ਦੇ ਸਕਦੇ ਨਹੀਂ, ਕਿਉਂਕਿ ਯੂਟੀਲਾਈਜੇਸ਼ਨ ਕਿਸੇ ਹੋਰ ਹੈਡ 'ਚ ਕੀਤੀ ਹੋਈ ਹੈ। ਜਿਸ ਫੰਡ ਨੂੰ ਤੁਸੀਂ 100% ਔਰ ਅੱਜ ਦੀ ਡੇਟ 'ਚ ਵੀ ਜੇ ਅੱਜ ਵੀ ਆਰਡੀਐਫ ਆ ਜਾਵੇ ਗੌਰਵ ਜੀ, ਤੇ ਉਹ ਇਹ ਯੂਟੀਲਾਈਜ਼ ਨਹੀਂ ਕਰ ਸਕਦੇ। ਇਹਨਾਂ ਨੂੰ ਬੈਂਕ ਦੇ ਕਰਜ਼ੇ 'ਚ ਉਹਨੂੰ ਚੁਕਾਉਣਾ ਪਏਗਾ। ਅੱਜ ਵੀ ਜੇ ਅੱਜ ਆਰਡੀਐਫ ਆ ਜਾਵੇ ਨਾ, ਉਹ ਆਲਰੇਡੀ ਪਲੈਸਡ ਹੈਗਾ। ਔਰ ਇਹੀ ਕਾਰਨ ਹੈ ਕਿ ਪੰਜਾਬ ਮੰਡੀ ਬੋਰਡ ਜਿਹੜਾ ਹੈਗਾ ਅੱਜ ਡਿਫਾਲਟਰ ਹੋ ਗਿਆ, ਕਿਉਂਕਿ ਆਰਡੀਐਫ ਨਹੀਂ ਆਇਆ ਤੇ ਇਹ ਕਿਸ਼ਤ ਨਹੀਂ ਦੇ ਪਾਏ ਜੀ। ਸੋ ਅਸਲੀ ਜਿਹੜਾ ਆਰਡੀਐਫ ਦਾ ਚਿਹਰਾ ਉਹ ਤੇ ਆਮ ਆਦਮੀ ਪਾਰਟੀ ਦਾ ਇਹ ਹੈਗਾ। ਆਪਣੀ ਕਰਨੀ ਜਿਹੜੀ ਹੈਗੀ ਆ
ਉਹਦੇ ਤੇ ਧਿਆਨ ਨਹੀਂ ਕਰਦੇ ਕਿ ਅਸੀਂ ਕਿਹੜੇ ਕਰਮ ਕਰਦੇ ਪਏ ਆ, ਕਿਹੜਾ ਪੈਸਾ ਕਿੱਥੇ ਯੂਜ਼ ਕਰਦੇ ਪਏ ਆ। ਲੇਕਿਨ ਇੱਕ ਔਰ ਮੈਂ ਸਮਝਦਾ ਕਿ ਨੀਤੀ ਆਯੋਗ ਦੀ ਬੈਠਕ 'ਚ ਨਾ ਜਾਣਾ ਨਾ ਸਿਰਫ ਮੰਦਭਾਗਾ ਹੈ, ਬਾਕੀ ਇਹਨਾਂ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ, ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਕੀਤੀ ਹੈ। ਚਲੋ ਪੰਜਾਬ ਦੇ ਹਿੱਤ ਨਹੀਂ ਰੱਖਣਗੇ ਤੇ ਉਹ ਇਸ਼ੂ ਸੌਰਟ ਆਊਟ ਨਹੀਂ ਹੋ ਸਕਦੇ। ਸੰਘੇੜਾ ਸਾਹਿਬ ਦੇਖੋ, ਜੇ ਪੰਜਾਬ ਦਾ ਪੱਖ ਨੀਤੀ ਆਯੋਗ ਦੇ ਵਿੱਚ ਰੱਖਣ ਦੇ ਲਈ ਸੀਐਮ ਜਾਂ ਕੋਈ ਹੋਰ ਨੁਮਾਇੰਦਾ ਨਹੀਂ ਜਾ ਰਿਹਾ ਤਾਂ ਫਿਰ ਪੰਜਾਬ ਦਾ ਪੱਖ ਰੱਖੇਗਾ ਕੌਣ? ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਇਹ ਤਾਂ ਮੌਕਾ ਹੁੰਦਾ ਹੈ ਕਿ ਜਾ ਕੇ ਸੈਂਟਰ ਦੇ ਕੋਲ ਜਾਂ ਫਿਰ ਜਦੋਂ ਇੰਨੀ ਵੱਡੀ ਮੀਟਿੰਗ ਹੋ ਰਹੀ ਹੈ, ਦੇਸ਼ ਭਰ ਦੇ ਸੀਐਮ ਪਹੁੰਚ ਰਹੇ ਨੇ, ਮੌਕਾ ਹੁੰਦਾ ਹੈ ਤੇ ਉਹ ਸਾਡੇ ਹੱਥੋਂ ਖੁੰਝ ਰਿਹਾ ਹੈ। ਗੌਰਵ ਜੀ, ਸਰੀਨ ਸਾਹਿਬ ਨੇ ਬਹੁਤ ਆਬਜੈਕਸ਼ਨੇਬਲ ਸ਼ਬਦਾਵਲੀ ਤੇ ਬਹੁਤ ਤਰੋੜ ਮਰੋੜ ਕੇ ਗੱਲਾਂ ਪੇਸ਼ ਕੀਤੀਆਂ ਆ। ਇਹ ਕੌਣ ਕਹਿੰਦਾ ਆ ਵੀ ਪੱਖ ਨਹੀਂ ਰੱਖਣਾ ਜਾਂ ਪੱਖ ਨਹੀਂ ਰੱਖਣਾ ਚਾਹੁੰਦੇ ਆ? ਪੱਖ ਹੀ ਰੱਖ ਰਹੇ ਆ। ਜਦੋਂ ਤੁਸੀਂ ਡਿਬੇਟ ਵੀ ਕਰਾ ਰਹੇ ਹੋ ਹਮੇਸ਼ਾ ਹੀ ਜਾ ਕੇ ਪੱਖ ਰੱਖਦੇ ਆ। ਗੱਲਾਂ ਹਾਈਲਾਈਟ ਹੋਈਆਂ ਆ। ਸਰੀਨ ਜੀ ਕਹਿੰਦੇ ਆ ਉੱਥੇ ਮੰਗਾਂ ਦਾ ਪਤਾ ਲੱਗੇਗਾ, ਉੱਥੇ ਦੁੱਖ ਦਾ ਪਤਾ ਲੱਗੇਗਾ। ਉਹ ਤਾਂ ਕੰਧ ਤੇ ਲਿਖਿਆ ਹੋਇਆ, ਉਹੀ ਆਪਾਂ ਹੁਣ ਇੱਥੇ ਬੋਲ ਰਹੇ ਆ। ਜਦੋਂ ਉਹਦਾ ਕੋਈ ਹੱਲ ਹੀ ਨਹੀਂ ਨਿਕਲਦਾ। ਇੱਕ ਇਹ ਵੀ ਹੱਲ ਹੈ ਗੌਰਵ ਜੀ, ਇਹ ਵੀ ਹੱਲ ਹੈ ਆਪਣਾ ਵਿਰੋਧ ਜਿਹੜਾ ਆ ਦਰਜ ਕਰਾਉਣ ਦਾ। ਸ਼ਾਇਦ ਕੇਂਦਰ ਸਰਕਾਰ ਨੂੰ ਸ਼ਰਮ ਆ ਜਾਵੇ, ਸ਼ਾਇਦ ਬੀਜੇਪੀ ਵਾਲੇ ਪ੍ਰਵਕਤਾ ਸਾਡੇ ਲਈ ਗਦਾਰ ਲਫ਼ਜ਼ ਵਰਤ ਰਹੇ ਆ। ਮੈਂ ਇਹ ਕਹੂੰਗਾ ਵੀ ਰੀਅਲ ਗਦਾਰ ਮੁਲਕ ਦੇ ਜਿਨ੍ਹਾਂ ਨੇ ਮੁਲਕ ਵੇਚਤਾ, ਸ਼ਾਇਦ ਇਹਨਾਂ ਗਦਾਰਾਂ ਨੂੰ ਸ਼ਰਮ ਆ ਜਾਵੇ ਕਿ ਪੰਜਾਬ ਜਿਹੜਾ ਹੈ, ਇਹ ਕਹਿੰਦੇ ਪੰਜਾਬ ਦਾ ਵੀ ਪਤਾ ਲੱਗੇਗਾ। ਪੰਜਾਬ ਕੋਈ ਨਵੇਕਲੇ ਨੇ ਪੰਜਾਬ ਵਾਲੇ? ਹਾਂ ਸਰੀਨ ਸਾਹਿਬ, ਅਸੀਂ ਨਵੇਕਲੇ ਆ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ, ਹੁਣ ਇੰਡੀਆ ਦੇ ਕੇਂਦਰੀ ਪੂਲ ਤੇ ਅਨਾਜ ਦੇਣ ਲਈ ਸਭ ਤੋਂ ਵੱਧ ਹਿੱਸਾ, ਸਭ ਤੋਂ ਵੱਧ। ਤੇ ਪੰਜਾਬ ਉਹੀ ਆ ਜਦੋਂ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਲੱਗੇ ਸੀ, ਗੋਡਣੀਆਂ ਵੀ ਲਵਾਉਣ ਚ ਕੇਂਦਰ ਦੀਆਂ ਪੰਜਾਬ ਮੋਹਰੇ ਸੀਗਾ। ਸੋ ਕੇਂਦਰ ਨੂੰ ਤੁਸੀਂ ਸਮਝਾਓ, ਆਪਣੀ ਸਰਕਾਰ ਨੂੰ, ਮੋਦੀ ਸਾਹਿਬ ਨੂੰ। ਸਾਡੀ ਵੀ ਸਰਕਾਰ ਨੇ, ਸਾਡੇ ਵੀ ਮੋਦੀ ਸਾਹਿਬ ਪ੍ਰਧਾਨ ਮੰਤਰੀ। ਸੰਘੇੜਾ ਸਾਹਿਬ, ਨੁਕਸਾਨ ਹੋਏਗਾ ਕਿ ਨਹੀਂ ਹੋਏਗਾ? ਬੈਠਕ ਦੇ ਵਿੱਚ ਨਾ ਜਾ ਕੇ ਪੰਜਾਬ ਦਾ ਪੱਖ ਜੇ ਨਹੀਂ ਰੱਖਿਆ ਜਾਏਗਾ, ਤੁਹਾਨੂੰ ਲੱਗਦਾ ਕਿ ਕੋਈ ਨੁਕਸਾਨ ਨਹੀਂ ਹੋਣਾ? ਪੰਜਾਬ ਦਾ ਪੱਖ ਹੀ ਰੱਖ ਰਹੇ ਆ ਜੀ। ਜਿਹੜੇ ਸਰੀਨ ਸਾਹਿਬ ਕਹਿ ਰਹੇ ਨਾ ਕਿ ਆਰਡੀਐਫ ਕੋ ਗ੍ਰਾਂਟ ਜਦੋਂ ਏਡ ਦੇ ਦਿਆ, ਯੂਟਿਲਾਈਜੇਸ਼ਨ ਸਰਟੀਫਿਕੇਟ, ਉਹਦੀ ਵਰਤੋਂ, ਉਹਦਾ ਫਲਾਣਾ। ਗੌਰਵ ਜੀ, ਮੈਂ ਇੱਕ ਹੋਰ ਚੀਜ਼ ਪੁੱਛਦਾ ਸੰਘੇੜਾ ਸਾਹਿਬ, ਇੱਕ ਹੋਰ ਚੀਜ਼ ਜੀ ਗੌਰਵ ਜੀ, ਇੱਕ ਗੱਲ ਨੂੰ ਹਾਈਲਾਈਟ ਕਰ ਲੈਣ ਦਿਓ। ਇਹ ਗ੍ਰਾਂਟ ਜਾਂ ਏਡ ਨਹੀਂ ਹੈ। ਜੋ ਕੁਛ ਇਹਨਾਂ ਨੇ ਖਰੀਦਿਆ ਹੈ ਉਹਦੀ ਇੱਕ ਹਿੱਸੇ ਦੀ ਪੇਮੈਂਟ ਹੈ। ਇਹ ਪੰਜਾਬ ਦਾ ਹੀ ਪੈਸਾ ਆ। ਠੀਕ ਹੈ, ਚਲੋ ਮੇਰਾ ਇੱਕ ਛੋਟਾ ਜਿਹਾ ਜਵਾਬ ਦੇ ਦਿਓ, ਮੈਂ ਉਸ ਤੋਂ ਬਾਅਦ ਅੱਗੇ ਵਧਾ। ਸੰਘੇੜਾ ਸਾਹਿਬ, ਇਹ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ, ਸੰਘੇੜਾ ਸਾਹਿਬ, ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਇਹ ਆਰਡੀਨੈਂਸ ਦਾ ਵਿਰੋਧ ਹੈ ਜਾਂ ਫਿਰ ਆਰਡੀਐਫ ਦਾ ਪੈਸਾ ਨਹੀਂ ਮਿਲਿਆ ਜਾਂ ਪੁਰਾਣੀਆਂ ਮੀਟਿੰਗਾਂ ਦਾ ਜ਼ਿਕਰ ਹੈ? ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਜਿਹੜਾ ਆ, ਉਹ ਆਰਡੀਐਫ ਦਾ ਪੈਸਾ ਨਹੀਂ ਮਿਲਿਆ। ਪੰਜਾਬ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਰਿਹਾ, ਪੰਜਾਬ ਨਾਲ ਵਿਤਕਰਾ ਕਰ ਰਿਹਾ। ਆਰਡੀਨੈਂਸ ਦਾ ਵੀ ਵਿਰੋਧ ਹੈ, ਲੋਕਤੰਤਰ ਦਾ ਘਾਣ ਕਰ ਰਹੇ ਆ। ਭਾਰਤੀ ਸਰਕਾਰ ਜਿਹੜੀ ਆ, ਮੋਦੀ ਸਾਹਿਬ ਬਤੌਰ ਪ੍ਰਧਾਨ ਮੰਤਰੀ, ਤੁਸੀਂ ਦੱਸੋ ਜੇ ਕੋਈ ਸੁਪਰੀਮ ਕੋਰਟ ਦੀ ਆਰਡਰ ਨਹੀਂ ਮੰਨਣੇ ਗੌਰਵ ਜੀ, ਲੋਕ ਕਿੱਥੇ ਜਾਣਗੇ? ਸਰੀਨ ਸਾਹਿਬ, ਤੁਸੀਂ ਤਾਂ ਆਪ ਇੱਕ ਲੀਗਲ ਬੰਦੇ ਹੋ, ਮੈਨੂੰ ਦੱਸੋ ਤਾਂ ਸਹੀ, ਜੇ ਸਰਕਾਰਾਂ ਦੇ ਹੱਕ ਚ ਹੋਏ ਸੁਪਰੀਮ ਕੋਰਟ ਦੇ ਆਰਡਰ, ਸਰਕਾਰਾਂ ਹੀ ਨਹੀਂ, ਕੇਂਦਰ ਸਰਕਾਰ ਹੀ ਨਹੀਂ ਮੰਨੂਗੀ। ਠੀਕ ਹੈ, ਚਲੋ ਮੈਂ ਜਵਾਬ ਲੈ ਲੈਣਾ, ਇੱਥੇ ਜ਼ਰੂਰੀ ਹੈ ਇੱਕ ਜਵਾਬ। ਖੜਿਆਲ ਸਾਹਿਬ ਔਰ ਭੁੱਲਰ ਜੀ ਥੋੜੀ ਜਿਹੀ ਵੇਟ ਕਰਿਓ। ਇਹ ਤਰੀਕਾ ਹੈ ਲੋਕਾਂ ਚ ਗੱਲ ਰੱਖਣ ਦਾ। ਸੰਘੇੜਾ ਸਾਹਿਬ, ਤੁਹਾਡੀ ਗੱਲ ਆ ਗਈ। ਸਰੀਨ ਸਾਹਿਬ, ਬਹੁਤ ਛੋਟਾ ਜਿਹਾ ਜਵਾਬ ਰੱਖਿਓ, ਬਾਕੀ ਮਹਿਮਾਨਾਂ ਦਾ ਰੁਖ ਕਰਨ। ਗੌਰਵ ਜੀ, ਸੰਘੇੜਾ ਸਾਹਿਬ, ਮੈਨੂੰ ਇੱਕ ਚੀਜ਼ ਦੱਸੋ ਜੀ। ਹਜੇ 2 ਦਿਨ ਪਹਿਲਾਂ ਹੀ ਤੇ 1200 ਕਰੋੜ ਰੁਪਏ ਸਰਵ ਸਿੱਖਿਆ ਅਭਿਆਨ ਦੇ ਵਿੱਚ ਤੁਹਾਨੂੰ ਭੇਜਿਆ ਕੇਂਦਰ ਸਰਕਾਰ ਨੇ। ਆਪਾਂ ਕਹਿੰਦੇ ਕੇਂਦਰ ਸਰਕਾਰ ਸਾਡੀ ਮਦਦ ਨਹੀਂ ਕਰਦਾ। 2 ਦਿਨ ਪਹਿਲਾਂ 1200 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਵਾਸਤੇ ਭੇਜਿਆ। ਆਪਾਂ ਕਿਵੇਂ ਕਹਿੰਦੇ ਪੰਜਾਬ ਦਾ ਧਿਆਨ ਨਹੀਂ ਕਰਦਾ? ਤੁਹਾਡੇ ਵਾਸਤੇ 1200 ਕਰੋੜ ਰੁਪਈਆ ਨੈਸ਼ਨਲ ਹੈਲਥ, 1258 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਵਾਸਤੇ ਕੀਤਾ। 438 ਕਰੋੜ ਰੁਪਈਆ ਤੁਹਾਨੂੰ ਪੰਜਾਬ ਨੂੰ ਭੇਜਿਆ ਕਿ ਪ੍ਰਾਇਮਰੀ ਹੈਲਥ ਸੈਂਟਰਸ ਨੂੰ ਤੁਸੀਂ ਜਿਹੜਾ ਹੈਗਾ ਅਪਗ੍ਰੇਡ ਕਰੋ, ਉਹਨਾਂ ਦੇ ਵਿੱਚ ECG ਮਸ਼ੀਨਾਂ ਲਿਆਓ, ਲੋਕਾਂ ਦੇ ਸਿਹਤ ਵਾਸਤੇ ਟੈਸਟਿੰਗ ਮਸ਼ੀਨਾਂ ਲਿਆਓ, ਐਕਸਰੇ ਮਸ਼ੀਨਾਂ ਲਿਆਓ। ਤੇ ਤੁਸੀਂ ਉਹਦਾ ਕੀ ਕੀਤਾ? ਰੰਗ ਰੋਗਨ ਕਰਕੇ ਆਮ ਆਦਮੀ ਕਲੀਨਿਕ ਦੇ ਬੋਰਡ ਲਾਤੇ ਕਿ ਜੇ ਪੇਮੈਂਟ ਨਹੀਂ ਰੁਕੂਗੀ ਤਾਂ ਕੀ ਹੋਊਗਾ? ਠੀਕ ਹੈ, ਤੁਸੀਂ ਮੇਰੇ ਸਮੱਸਿਆ ਕੀ ਹੈ? ਆਰਡੀਐਫ ਦਾ ਜਵਾਬ ਥੋੜੀ ਹੈ ਇਹ ਸਰੀਨ ਜੀ। ਇਹ ਅੰਕਲ ਮੈਂ ਦੇ ਦੇਣਾ, ਮੈਂ ਜਵਾਬ ਦੇ ਦੇਣਾ, ਪਰ ਇਹ ਆਰਡੀਐਫ ਦਾ ਜਵਾਬ ਨਹੀਂ ਹੈ। ਸੰਘੇੜਾ ਜੀ, ਮੈਂ ਜਵਾਬ ਦੇ ਗ੍ਰਾਂਟ ਨਹੀਂ ਹੈ, ਆਰਡੀਐਫ ਪੰਜਾਬ ਦਾ ਪੈਸਾ ਹੈ। ਸਰੀਨ ਸਾਹਿਬ, ਥੋੜੀ ਵੇਟ ਕਰੋ, ਤਾਂ ਸਾਰੇ ਨੂੰ ਐਡ ਕਰ ਲਈ ਇੱਕ ਵਾਰੀ। ਇਹ ਚਰਚਾ ਅੱਗੇ ਚੱਲਦੀ ਰਹੇਗੀ। ਤੁਸੀਂ ਅੰਕੜੇ ਦੱਸਦੇ ਰਹੋਗੇ, ਉਹਨਾਂ ਨੇ ਵੀ ਦੱਸਦੇ ਰਹਿਣਾ ਕਿ ਇਹ ਪੈਸੇ ਨਹੀਂ ਦਿੱਤੇ, ਉਹ ਪੈਸੇ ਨਹੀਂ ਦਿੱਤੇ। ਜਸਟ 1 ਮਿੰਟ, ਇਹਦਾ ਜਵਾਬ ਦੇਦਾ ਮੈਂ ਜੀ। ਸੰਘੇੜਾ ਸਾਹਿਬ, ਤੁਸੀਂ ਤੇ ਅਫਸਰ ਰਹੇ ਹੋ ਔਰ ਤੁਹਾਡੀ ਕਥਨੀ ਔਰ ਕਰਨੀ ਚ ਇੰਨਾ ਅੰਤਰ ਮੈਂ ਤੁਹਾਡੇ ਕੋਲ ਨਹੀਂ ਉਮੀਦ ਕਰਦਾ। ਬਾਕੀ ਤਾਂ ਮੰਨਦਾ ਤੁਹਾਡੇ ਸਾਰੇ ਗੱਪਾਂ ਦੇ ਕੜਾ ਮਾਰਦੇ ਨੇ, ਲੇਕਿਨ ਤੁਸੀਂ ਇੱਕ ਅੱਛੇ ਅਫਸਰ ਰਹੇ ਹੋ। ਮੈਨੂੰ ਇੱਕ ਚੀਜ਼ ਦੱਸੋ,
ਤੇ ਹੁਣੇ ਆਰਡੀਐਫ ਦੇ ਵਿੱਚ ਜਿਹੜੇ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ, ਉਹ ਫਿਰ ਕਾਹਦੇ ਲਈ ਕੀਤੀ ਸੀਗੀ ਤੁਸੀਂ? ਕਿ ਟਰਮਸ ਐਂਡ ਕੰਡੀਸ਼ਨਸ ਨਹੀਂ ਆਰਡੀਐਫ ਦੀ ਹੈ। ਸੁਣ ਲਓ ਜੀ, ਜਿਹੜੇ ਸੁਣ ਲਓ, ਸ਼ਰੀਨ ਸਾਹਿਬ ਕਹਿ ਰਹੇ ਆਪਾਂ ਨੇ ਕਰਤੀ ਆ, ਅਸੀਂ ਅਮੈਂਡਮੈਂਟ ਕਰਤੀ ਆ, ਫਿਰ ਹੁਣ ਕਾਹਦਾ ਰੌਲਾ? ਉਹ ਸੁਣ ਤੇ ਲਓ, ਉਹ ਸੁਣ ਲਓ ਬਈ। ਚਲੋ ਸਰੀਨ ਸਾਹਿਬ ਮੈਂ ਜਵਾਬ ਲਵਾਂਗਾ, ਥੋੜਾ ਜਿਹਾ ਵੇਟ ਕਰੋ ਫਿਰ ਤੁਸੀਂ ਜੀ। ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸੈਂਟਰ ਦਾ ਆਰਟੀਕਲ ਲੈਣਾ ਦੇਣਾ ਕੋਈ ਨਹੀਂ, ਅਸੀਂ ਜਿੱਥੇ ਮਰਜ਼ੀ ਖਰਚ ਕਰੀਏ। ਤੁਹਾਡੇ ਹੁਣੇ ਧਾਲੀਵਾਲ ਦਾ ਬਿਆਨ ਸੀਗਾ ਐਗਰੀਕਲਚਰ ਮਿਨਿਸਟਰ ਦਾ ਕਿ ਜੀ ਕੇਂਦਰ ਨੇ ਜਿਵੇਂ ਆਰਡੀਐਫ ਦੇ ਅਮੈਂਡਮੈਂਟਾਂ ਕਹੀਆਂ ਸੀ, ਅਮੈਂਡਮੈਂਟਾਂ ਵੀ ਕਰ ਲਈਆਂ, ਸਾਡਾ ਪੈਸਾ ਰੁਕ ਰਿਹਾ। ਚਲੋ ਵੇਟ ਕਰੋ ਸਰ, ਆਪਾਂ ਸਾਰਿਆਂ ਨੂੰ ਵੇਟ ਕਰੀਏ, ਸਾਰੇ ਮਹਿਮਾਨ ਤੁਹਾਨੂੰ ਸੁਣ ਵੀ ਰਹੇ ਨੇ, ਉਹਨਾਂ ਦਾ ਬਿਆਨ ਵੀ ਜ਼ਰੂਰੀ ਹੈ। ਸਰੀਨ ਸਾਹਿਬ ਔਰ ਸੰਘੇੜਾ ਜੀ ਥੋੜੀ ਜਿਹੀ ਵੇਟ ਕਰਿਓ ਪਲੀਜ਼, ਮੇਰੀ ਰਿਕੁਐਸਟ ਹੈ, ਥੋੜੀ ਜਿਹੀ ਵੇਟ ਕਰਿਓ। ਮੈਂ ਖੜਿਆਲ ਸਾਹਿਬ ਦਾ ਰੁਕ ਕਰਦਾ, ਫਿਰ ਭੁੱਲਰ ਜੀ ਦਾ ਰੁਕ ਕਰਾਂਗਾ। ਖੜਿਆਲ ਸਾਹਿਬ ਦੇਖੋ ਇੱਥੇ ਗੱਲ ਆਰਡੀਨੈਂਸ ਦੀ ਕਰੀਏ, ਟਵਿਸਟ ਕਰ ਰਿਹਾ ਗੱਲਾਂ ਨੂੰ ਇਹ। ਠੀਕ ਹੈ ਮੈਂ ਤੁਹਾਡੇ ਕੋਲ ਕੱਟ ਕਰੀਏ। ਖੜਿਆਲ ਸਾਹਿਬ ਕਹਿੰਦਾ ਇਹਨਾਂ ਦੇ ਕਹਿਣ ਤੇ ਅਸੀਂ ਅਮੈਂਡਮੈਂਟ ਕਰਤੀ ਆ। ਠੀਕ ਹੈ ਖੜਿਆਲ ਸਾਹਿਬ, ਥੋੜੀ ਸੰਘੇੜਾ ਸਾਹਿਬ ਪਲੀਜ਼ ਥੋੜੀ ਵੇਟ ਕਰ ਲਓ, ਮੈਂ ਤੁਹਾਡਾ ਜਵਾਬ ਲਵਾਂਗਾ। ਸਾਰਿਆਂ ਦੇ ਆਨਸਰ ਤੁਸੀਂ ਜ਼ਰੂਰ ਕਰਨੇ ਨੇ, ਇਨਫੈਕਟ ਸਰੀਨ ਸਾਹਿਬ ਨੇ ਵੀ ਔਰ ਤੁਸੀਂ ਵੀ। ਖੜਿਆਲ ਜੀ ਦਾ ਰੁਕ ਕਰਦਾ। ਖੜਿਆਲ ਸਾਹਿਬ, ਆਰਡੀਨੈਂਸ ਨੀਤੀ ਆਯੋਗ ਦੀ ਬੈਠਕ, ਇਸ ਵਿਚਾਲੇ ਵਿਰੋਧੀਆਂ ਦਾ ਸਾਥ। ਦੇਖੋ ਇੱਕ ਕਿਹਾ ਜਾਂਦਾ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ, ਤੁਹਾਡੇ ਵਾਲੇ ਪਾਸੇ ਉਸ ਨਜ਼ਰ ਦੇ ਨਾਲ ਹੀ ਇਸ ਸਮੇਂ ਆਮ ਆਦਮੀ ਪਾਰਟੀ ਦੇਖ ਰਹੀ ਹੈ। ਮਿਊਟ ਹੈ ਸਰ, ਆਡੀਓ ਨਹੀਂ ਆ ਰਿਹਾ ਤੁਹਾਡਾ। ਥੈਂਕ ਯੂ ਗੌਰਵ ਜੀ, ਥੈਂਕ ਯੂ ਜੀ। ਗੌਰਵ ਜੀ, ਹੁਣ ਆਮ ਆਦਮੀ ਪਾਰਟੀ ਤਾਂ ਕਾਂਗਰਸ ਪਾਰਟੀ ਵੱਲ ਦੇਖੂਗੀ ਜਦੋਂ ਆਪਦੀਆਂ ਸੀਟਾਂ ਆਲਮੋਸਟ ਨੈਗਲੀਜੀਬਲ ਹੈ ਲੋਕ ਸਭਾ ਦੇ ਵਿੱਚ, ਇੱਕ ਸੀਟ ਹੈ ਉਹ ਵੀ 10 ਮਹੀਨਿਆਂ ਲਈ, ਤੇ ਕਾਂਗਰਸ ਪਾਰਟੀ ਵੱਲ ਤਾਂ ਝੱਕਣਾ ਹੀ ਪੈਣਾ ਸਪੋਰਟ ਲਈ। ਨੈਸ਼ਨਲ ਪਾਰਟੀ ਹੈ, ਸਿਰਫ ਨਾਮ ਦੀ ਨਹੀਂ ਆਮ ਆਦਮੀ ਪਾਰਟੀ ਵਾਂਗੂ, ਅਦਰਵਾਈਜ਼ ਹੈ ਸਟੇਟਸ ਹੈਗੀਆਂ, ਐਮਪੀਜ਼ ਹੈ, ਰਾਜ ਸਭਾ ਲੋਕ ਸਭਾ, ਐਮਐਲਸੀਜ਼, ਐਮਐਲਏਜ਼ ਹੈ। ਦੂਜੀ ਗੱਲ ਆਪਾਂ ਇੱਕ ਚੀਜ਼ ਦੇਖੀਏ ਗੌਰਵ ਜੀ, ਕਿ ਇਹ ਪੰਜਾਬ ਦੀ ਲੜਾਈ ਹੈ ਜਾਂ ਦਿੱਲੀ ਦੀ ਲੜਾਈ ਹੈ? ਦਿੱਲੀ ਦੀ ਆਰਡੀਨੈਂਸ ਕੰਸਰਨਸ ਦਿੱਲੀ, ਇਟ ਹੈਜ਼ ਨੋ ਕੰਸਰਨ ਵਿਦ ਪੰਜਾਬ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੀ ਲੜਾਈ ਪੰਜਾਬ ਦੀ ਲੜਾਈ ਬਣਾਤੀ। ਇੱਥੋਂ ਇੱਕ ਚੀਜ਼ ਕਲੀਅਰ ਹੋਗੀ ਗੌਰਵ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇੋਰਟੀ ਪੰਜਾਬ ਨਹੀਂ ਹੈ, ਪਹਿਲ ਤੇ ਦਿੱਲੀ ਹੈ, ਫਿਰ ਪੰਜਾਬ ਆਉਂਦਾ। ਪੰਜਾਬ ਦੀ ਸਰਕਾਰ ਲਈ ਆਪਦਾ ਸੂਬਾ ਬਾਅਦ ਚ ਆਉਂਦਾ ਹੈ। ਤੇ ਲੋਕਾਂ ਨੂੰ ਮੈਂ ਕਹੂੰਗਾ ਜੋ ਦਰਸ਼ਕ ਦੇਖ ਰਹੇ ਹੈ ਕਿ ਫਿਊਚਰ ਲਈ ਤਿਆਰ ਹੋ ਜਾਓ, ਇਹ ਸਰਕਾਰ ਨੇ ਅੱਗੇ ਵੀ ਉਹਨਾਂ ਨੂੰ ਪ੍ਰਾਇੋਰਟਾਈਜ਼ ਕਰਨਾ ਹੈ, ਆਪਾਂ ਨੂੰ ਬਾਅਦ ਕਰਨਾ ਹੈ। ਦੂਜੀ ਗੱਲ ਗੌਰਵ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਹੋਰ ਗੱਲ ਦੱਸੇ ਕਿ ਇਸ਼ੂ ਦਿੱਲੀ ਦਾ ਤਾਂ ਹੈ ਹੀ ਹੈ। ਭਗਵੰਤ ਮਾਨ ਸਾਹਿਬ ਜਾ ਕੇ ਸ਼ਰਦ ਪਵਾਰ ਸਾਹਿਬ ਨੂੰ ਮਿਲ ਕੇ ਆਏ, ਉद्धਵ ਠਾਕਰੇ ਸਾਹਿਬ ਨੂੰ ਮਿਲ ਕੇ ਆਏ, ਮਮਤਾ ਬੈਨਰਜੀ ਨੂੰ ਮਿਲ ਕੇ ਆਏ। ਸਾਡਾ ਮਤਲਬ ਸਾਡੇ ਐਕਸਪੈਂਡੀਚਰ ਕਿਉਂ ਹੋ ਰਹੇ ਹੈ ਪੰਜਾਬ ਦੇ, ਜਿਹੜੇ ਵਹੀਕਲ ਯੂਜ਼ ਹੋ ਰਿਹਾ ਗੌਰਵ ਜੀ, ਚਾਹੇ 에ਅਰਬੋਰਨ ਗਏ, ਚਾਹੇ ਜਹਾਜ਼ ਤੇ ਗਏ, ਚਾਹੇ ਗੱਡੀਆਂ ਤੇ ਗਏ, ਨਾਲ ਸਿਕਿਉਰਿਟੀ ਲੈ ਕੇ ਗਏ, ਹੋਰ ਚੀਜ਼ਾਂ ਹੋਈਆਂ, ਮੈਨੇਜਮੈਂਟ ਹੋਈ, ਖਰਚਾ ਕਿੰਨਾ ਹੋਇਆ? ਉਹ ਪੰਜਾਬ ਦੀ ਲੜਾਈ ਨਹੀਂ ਹੈ। ਪੰਜਾਬ ਦਾ ਪੈਸਾ ਕਿਉਂ ਇਹਦੇ ਬਰਬਾਦ ਕਰ ਰਹੀ ਆਮ ਆਦਮੀ ਪਾਰਟੀ? ਦੂਜਾ ਸਵਾਲ, ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਮੈਂ ਇੱਕ ਛੋਟੀ ਚੀਜ਼ ਸਮਝਣੀ ਚਾਹੁੰਦਾ। ਤੁਹਾਨੂੰ ਲੱਗਦਾ ਕਿ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਆਰਡੀਨੈਂਸ ਦੀ ਵਜ੍ਹਾ ਨਾਲ ਹੋਇਆ? ਆਮ ਆਦਮੀ ਪਾਰਟੀ ਨੇ ਮੀਟਿੰਗਸ ਕੀਤੀਆਂ ਮਮਤਾ ਬੈਨਰਜੀ ਨਾਲ, ਸ਼ਰਦ ਪਵਾਰ ਸਾਹਿਬ ਨਾਲ, ਠਾਕਰੇ ਸਾਹਿਬ ਨਾਲ। ਕੀ ਇਸ਼ੂ ਸੀਗਾ? ਜਿਨ੍ਹਾਂ ਨਾਲ ਮੀਟਿੰਗ ਕੀਤੀ ਮਮਤਾ ਬੈਨਰਜੀ ਨਾਲ, ਉਹਨਾਂ ਨੇ ਵੀ ਇਹ ਸਟੈਂਡ ਲਿਆ ਵੀ ਨੀਤੀ ਆਯੋਗ ਨੂੰ ਅਸੀਂ ਬਾਈਕਾਟ ਕਰਨਾ ਮੀਟਿੰਗ ਨੂੰ। ਸੋ ਇਹਦਾ ਝਲਕ ਰਿਹਾ ਨਾ, ਇੱਥੇ ਤਾਂ ਸੰਘੇੜਾ ਸਾਹਿਬ ਨੇ ਆਪ ਕਹਿਤਾ, ਐਡਮਿਟ ਕਰ ਲਿਆ ਕਿ ਦਿੱਲੀ ਦੀ ਆਰਡੀਨੈਂਸ ਵੀ ਇਸ਼ੂ ਹੈਗਾ। ਸੋ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ, ਅਜ਼ੰਪਸ਼ਨ ਨਹੀਂ ਹੈ, ਸੱਚਾਈ ਆਮ ਆਦਮੀ ਪਾਰਟੀ ਨੇ ਦੱਸਦੀ। ਬੜੇ ਜ਼ਰੂਰੀ ਪੁਆਇੰਟਸ ਹੈ ਗੌਰਵ ਜੀ। ਤੀਜੀ ਗੱਲ, ਆਮ ਆਦਮੀ ਪਾਰਟੀ ਉੱਥੇ ਨਾ ਜਾ ਕੇ ਕੀ ਕਰ ਰਹੀ ਹੈ? ਪਹਿਲੀ ਚੀਜ਼, ਚਾਰ ਚੀਜ਼ਾਂ ਹੋ ਰਹੀਆਂ। ਪੰਜਾਬ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਗੌਰਵ ਜੀ, ਉਹ ਜ਼ੀਰੋ ਹੋ ਗਈ। ਬੜੇ ਵੱਡੇ ਇਸ਼ੂ ਸੀਗੇ, ਬੜੇ ਵੱਡੇ ਕੰਸਰਨ ਸੀ, ਉਹ ਸਾਰੇ ਅਨਐਡਰੈਸਡ ਗਏ। ਦੂਜੀ ਗੱਲ, ਇਹ ਕਹਿੰਦਾ ਫੈਡਰਲ ਢਾਂਚੇ ਨੂੰ ਬੀਜੇਪੀ ਵਾਇਲੇਟ ਕਰ ਰਹੀ ਹੈ। ਗੌਰਵ ਜੀ, ਨੀਤੀ ਆਯੋਗ ਦੇ ਵਿੱਚ ਸੈਂਟਰ ਤੇ ਸਟੇਟ ਦਾ ਸੰਮੇਲਨ ਹੁੰਦਾ ਹੈ, ਗੱਲਬਾਤ ਹੁੰਦੀ ਹੈ, ਇਸ਼ੂਜ਼ ਐਡਰੈਸ ਹੁੰਦੇ ਹੈ, ਫੈਡਰਲ ਸਟਰਕਚਰ ਤਕੜਾ ਬਣਦਾ ਹੈ। ਤੇ ਇਹਨਾਂ ਨੇ ਮੌਕੇ ਨੂੰ ਖਰਾਬ ਆਪ ਹੀ ਕਰਤਾ, ਦੋਹਰੇ ਮਾਪਦੰਡ ਆ ਗਏ। ਤੀਜੀ ਗੱਲ ਕੀ ਹੋਈ ਹੈ, ਉੱਥੇ ਤਿੰਨ ਚੀਜ਼ਾਂ ਬਹੁਤ ਅਹਿਮ ਡਿਸਕਸ ਹੋਣੀਆਂ ਸੀਗੀਆਂ, ਸਿਹਤ, ਹੈਲਥ, ਇਨਫਰਾਸਟ੍ਰਕਚਰ ਡਿਵੈਲਪਮੈਂਟ ਤੇ ਮਹਿਲਾ ਸਸ਼ਕਤੀਕਰਨ। ਆਮ ਆਦਮੀ ਪਾਰਟੀ ਲਈ ਇਹ ਇਸ਼ੂਜ਼ ਨਹੀਂ ਹੈ। ਤੇ ਚੌਥੀ ਗੱਲ ਗੌਰਵ ਜੀ, ਆਮ ਆਦਮੀ ਪਾਰਟੀ ਮੈਨੂੰ ਇਹ ਗੱਲ ਦੱਸੇ ਕਿ ਇਹ ਕਰਕੇ ਦਿੱਲੀ ਦੀ ਆਰਡੀਨੈਂਸ ਕੀ ਸਰਕਾਰ ਵਾਪਸ ਲੈ ਲੂਗੀ, ਕਿ ਉਹ ਬਿੱਲ ਨਹੀਂ ਲੈ ਕੇ ਆਊਗੀ, ਜਾਂ ਕੀ ਆਰਟੀਐਫ ਦਾ ਪੈਸਾ ਆ ਜਾਊਗਾ? ਉਹਦਾ ਜਵਾਬ ਨਹੀਂ, ਉਹ ਤਾਂ ਕਹਿ ਰਹੇ ਨਾ ਕਿ ਤੁਸੀਂ ਰਾਜ ਸਭਾ ਦੇ ਵਿੱਚ ਮਦਦ ਕਰ ਦਿਓ। ਰਾਜ ਸਭਾ ਦੇ ਵਿੱਚ ਉਹਨਾਂ ਦੇ ਕੋਲ ਨੰਬਰ ਪੂਰੇ ਨਹੀਂ, ਤੁਸੀਂ ਜੇ ਅਗੇਂਸਟ ਹੋ ਗਏ ਬਿੱਲ ਦੇ, ਜਿਹੜਾ ਆਰਡੀਨੈਂਸ ਬਿੱਲ ਦੇ ਰੂਪ ਦੇ ਵਿੱਚ ਆਏਗਾ, ਰਾਜ ਸਭਾ 'ਚ ਪਾਸ ਨਾ ਹੋਇਆ ਤਾਂ ਬਸ ਬਣ ਗਈ ਗੱਲ। ਗੱਲ ਇਸ ਤਰ੍ਹਾਂ ਨਾ ਗੌਰਵ ਜੀ, ਮੈਂ ਤੁਹਾਨੂੰ ਦੱਸਿਆ ਤਾਂ ਹੈ, ਲਾਠੀ ਦਾ ਸਹਾਰਾ ਚਾਹੀਦਾ ਹੈ, ਲੇਕਿਨ ਲਾਠੀ ਆਮ ਆਦਮੀ ਪਾਰਟੀ ਨੂੰ ਐ ਲੱਗਦਾ ਹੈ ਕਿ ਅਸੀਂ ਪੋਲਿਟਿਸਾਈਜੇਸ਼ਨ ਵੀ ਕਰਾਂਗੇ, ਰਾਜਨੀਤੀਕਰਨ ਵੀ ਕਰਾਂਗੇ ਤੇ ਸਪੋਰਟ ਵੀ ਲਵਾਂਗੇ। ਇਹ ਨਹੀਂ
ਵਾਕਈ ਦਿੱਲੀ ਦਾ ਇਸ਼ੂ ਹੋਵੇ ਤੇ ਇਹਨਾਂ ਨੇ ਇਹ ਸਾਡੇ ਕੋਲ ਆਉਣ ਵਿਦ ਜੈਨੂਇਨ ਇੰਟੈਂਸ਼ਨ ਕਿ ਸਾਨੂੰ ਸਪੋਰਟ ਕਰੋ, ਸੋਚਾਂਗੇ, ਲੇਕਿਨ ਰਾਜਨੀਤੀਕਰਨ ਨਾ ਕਰੋ ਤੁਸੀਂ ਇਹ ਚੀਜ਼ ਕਰਕੇ। ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਦੂਜਾ ਗੌਰਵ ਜੀ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਾਂ, ਇਹ ਬੜਾ ਨਾ ਫਲॉप ਪਲਾਨ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਜੇ ਉੱਥੇ ਜਾ ਕੇ ਅਟੈਂਡ ਕਰਦੀ, ਪੰਜਾਬੀ ਰਿਪਰੈਜ਼ੈਂਟੇਸ਼ਨ ਹੁੰਦੀ, ਐਡਰੈਸ ਕਰਕੇ ਰਿਪਰੈਜ਼ੈਂਟੇਸ਼ਨ ਕਰਵਾ ਕੇ ਤੋਂ ਬਾਅਦ ਆਲੋਚਨਾ ਕਰਦੇ, ਬਾਹਰ ਆ ਕੇ ਮੀਟਿੰਗ ਤੋਂ ਮੀਡੀਆ ਨੂੰ ਐਡਰੈਸ ਕਰਦੇ, ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਧੱਕਾ ਕਰ ਰਹੀ, ਆਰਡੀਐਫ ਨਹੀਂ ਦੇ ਰਹੀ, ਆਲੋਚਨਾ ਵੀ ਵਧੀਆ ਹੁੰਦੀ, ਮੀਡੀਆ ਪਬਲਿਸਿਟੀ ਵੀ ਮਿਲਦੀ ਤੇ ਇਸ਼ੂ ਵੀ ਵੱਧਦਾ। ਇਹਨਾਂ ਨੇ ਉਹ ਵੀ ਖਰਾਬ ਕਰ ਲਿਆ ਤਜਰਬਾ ਨਾ ਹੋਣ ਕਰਕੇ। ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ, ਇਹਨਾਂ ਨੇ ਇੱਕ ਗੱਲ ਕਹੀ ਸੀ ਗੌਰਵ ਜੀ ਅੱਜ ਤੋਂ ਤਕਰੀਬਨ 20-25 ਦਿਨ ਪਹਿਲਾਂ ਕਿ ਜੇ ਆਰਡੀਐਫ ਦਾ ਪੈਸਾ ਨਾ ਮਿਲਿਆ ਨਾ ਸਾਨੂੰ, ਅਸੀਂ ਕੋਰਟ ਜਾਵਾਂਗੇ। ਤੇ ਉਹ ਗੱਲ ਤੇ ਇੰਨੇ ਦਿਨ ਹੋ ਗਏ, ਹਫ਼ਤੇ ਹੋ ਗਏ ਗੌਰਵ ਜੀ। ਮੇਰਾ ਸਵਾਲ ਸਿੰਘੜਾ ਸਾਹਿਬ ਨੂੰ ਇਹ ਹੈ ਕਿ ਕਹਿ ਕੇ ਮੁੱਕਰ ਕਿਉਂ ਜਾਂਦੇ ਹੋ ਤੁਸੀਂ, ਕੋਰਟ ਗਏ ਕਿਉਂ ਨਹੀਂ? ਤੇ ਦਿੱਲੀ ਦੀ ਆਰਡੀਨੈਂਸ ਤੇ ਵੀ ਗੌਰਵ ਜੀ ਸਵਾਲ ਇਹਨਾਂ ਨੂੰ ਇਹ ਪੁੱਛੋ। ਕੇਜਰੀਵਾਲ ਸਾਹਿਬ ਕਹਿੰਦੇ ਜੁਲਾਈ ਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ, ਆਈ ਬੈਗ ਆਫ ਪਾਰਡਨ, ਕਹਿੰਦੇ ਅਸੀਂ ਕੋਰਟ ਜਾਵਾਂਗੇ। ਜੂਨ ਦਾ ਪੂਰਾ ਮਹੀਨਾ ਗੌਰਵ ਜੀ ਛੁੱਟੀਆਂ ਹੈ, ਪਰ ਵੈਕੇਸ਼ਨ ਬੈਂਚ ਬਹਿੰਦਾ ਹੈ, ਜੱਜਿਸ ਬਹਿੰਦੇ ਛੁੱਟੀਆਂ ਦੇ ਵਿੱਚ ਵੀ, ਉਹਦੇ ਬਾਵਜੂਦ ਆਮ ਆਦਮੀ ਪਾਰਟੀ। ਠੀਕ ਹੈ, ਚਲੋ ਮੈਂ ਜਵਾਬ ਲਵਾਂਗਾ। ਹੋਪਫੁਲੀ ਤੁਸੀਂ ਆਪਣੇ ਸਾਰੇ ਪੁਆਇੰਟਸ ਰੱਖੇ ਨੇ, ਆਪਾਂ ਜਵਾਬ ਲਵਾਂਗੇ। ਪਹਿਲਾਂ ਮੈਂ ਭੁੱਲਰ ਜੀ ਦਾ ਰੁਖ ਕਰਦਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਭੁੱਲਰ ਸਾਹਿਬ। ਪੁਆਇੰਟ ਨੰਬਰ 1 ਕਿ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨਾ, ਅਕਾਲੀ ਦਲ ਦੇ ਆਗੂ, ਤੁਸੀਂ ਵੀ ਸੁਣੇ ਹੋਣੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਬੋਲ ਰਹੇ ਸੀ, ਤੁਹਾਨੂੰ ਗਲਤ ਕਿਉਂ ਲੱਗ ਰਿਹਾ ਹੈ? ਪੁਆਇੰਟ ਨੰਬਰ 2 ਸਵਾਲ ਇਹ ਵੀ ਹੈ ਕਿ ਜੇਕਰ ਕੋਈ ਸੁਣੇ ਹੀ ਨਾ, ਫਿਰ ਬਾਰ-ਬਾਰ ਜਾ ਕੇ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੇ ਤਾਂ ਸੁਣਦੇ ਨਹੀਂ, ਜਾਂ ਫਿਰ ਜੇ ਮੀਟਿੰਗ ਹੁੰਦੀ ਹੈ ਤਾਂ ਉਸ ਦੇ ਵਿੱਚ ਕੋਈ ਹੱਲ ਨਿਕਲਦਾ ਨਹੀਂ, ਕਿ ਜੇਕਰ ਇਹ ਵਾਰ-ਵਾਰ ਹੋ ਰਿਹਾ ਹੋਵੇ ਤਾਂ ਫਿਰ ਹੱਲ ਬਚ ਕੀ ਜਾਂਦਾ ਹੈ? ਮੀਟਿੰਗ ਦਾ ਬਾਈਕਾਟ ਵੀ ਵਿਰੋਧ ਦਾ ਇੱਕ ਤਰੀਕਾ ਤਾਂ ਹੁੰਦਾ ਨਾ। ਗੌਰਵ ਜੀ ਗੱਲ ਇਸ ਤਰ੍ਹਾਂ ਹੈਗੀ ਹੈ, ਆਮ ਆਦਮੀ ਪਾਰਟੀ ਦੀ ਇੱਕ ਨੇਚਰ ਬਣ ਚੁੱਕੀ ਹੈ ਕਿ ਹਰ ਗੱਲ ਦੇ ਉੱਤੇ ਇਹਨਾਂ ਨੇ ਉਲਟਾ ਚੱਲਣਾ, ਸਿੱਧਾ ਨਹੀਂ ਚੱਲਣਾ। ਹਰ ਗੱਲ ਦੇ ਉੱਤੇ ਇਹਨਾਂ ਨੇ ਰੁੰਡੀ ਪਿੱਟਣੀ ਹੈ, ਜਿਸ ਤਰ੍ਹਾਂ ਨਿਆਣੇ ਪਿੱਟਦੇ ਹੁੰਦੇ ਨਾ ਕਿ ਨਹੀਂ ਜੀ ਮੈਂ ਨਹੀਂ ਖੇਡਣਾ ਤੇ ਨਾ ਹੀ ਮੈਂ ਖੇਡਣ ਦੇਣਾ, ਉਹ ਹਾਲ ਇਹਨਾਂ ਦਾ ਹੋ ਗਿਆ। ਇਹ ਕੋਈ ਕਮੇਡੀ ਸ਼ੋਅ ਨਹੀਂ ਹੈਗੇ, ਇਹ ਕੋਈ ਨਿਆਣਿਆਂ ਦਾ ਖੇਡ ਨਹੀਂ ਹੈਗਾ। ਸਰਕਾਰ ਚਲਾ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ, ਲੋਕਾਂ ਨੇ ਤੁਹਾਨੂੰ ਇੱਕ ਮੈਂਡੇਟ ਦਿੱਤਾ ਹੈ, ਬੋਰੀਆਂ ਭਰ ਕੇ ਤੁਹਾਨੂੰ ਵੋਟਾਂ ਪਾਈਆਂ ਨੇ, ਔਰ ਤੁਸੀਂ ਅੱਜ ਉਹਨਾਂ ਲੋਕਾਂ ਦੀਆਂ ਜਿਹੜੇ ਜ਼ਿੰਦਗੀਆਂ ਨੇ ਉਹਨਾਂ ਨਾਲ ਖੇਡ ਰਹੇ ਹੋ। ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਤੇ ਚਲੇ ਜਾਂਦੇ ਹੋ ਹੋਮ ਮਿਨਿਸਟਰ ਸਾਹਿਬ ਕੋਲ, ਤੁਸੀਂ 50 ਕੰਪਨੀਆਂ ਪੰਜਾਬ ਦੇ ਵਿੱਚ ਲੈਣ ਵਾਸਤੇ ਚਲੇ ਜਾਂਦੇ ਹੋ, ਨੌਜਵਾਨਾਂ ਨੂੰ ਚੱਕ ਕੇ ਤੁਸੀਂ ਉਹਨਾਂ ਕੰਪਨੀਆਂ ਥਰੂ ਅੰਦਰ ਵੀ ਕਰਦੇ ਹੋ। ਲੇਕਿਨ ਜਦੋਂ ਗੱਲ ਆਉਂਦੀ ਹੈਗੀ ਹੈ ਕਿ ਜਾ ਕੇ ਉੱਥੇ ਪੈਸੇ ਦੀ ਗੱਲ ਹੈ, ਔਰ ਬਾਕੀ ਹੋਰ ਵੀ ਕਈ ਮੀਟਿੰਗਸ ਹੋਣੀਆਂ ਨੇ, ਸਾਰੇ ਮੁੱਖ ਮੰਤਰੀ ਉੱਥੇ ਹੁੰਦੇ, ਤੁਹਾਡੇ ਆਪਣਾ ਇੱਕ ਵਿਊਜ਼ ਐਕਸਚੇਂਜ ਹੁੰਦੇ ਆ, ਔਰ ਤੁਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਰੋਂਡੀ ਪਿੱਟਣੀ ਹੈ, ਤੁਸੀਂ ਰੌਲਾ ਪਾਉਣਾ ਹੈ, ਲੋਕਾਂ ਅੱਗੇ ਵਿਚਾਰੇ ਬਣਨਾ ਹੈ ਕਿ ਦੇਖੋ ਜੀ ਸਾਡਾ ਕਿੰਨਾ ਧੱਕਾ ਹੋ ਰਿਹਾ। ਇਹ ਆਦਤ ਹੈ ਇਹਨਾਂ ਦੀ, ਮਜਬੂਰ ਨੇ ਇਸ ਗੱਲ ਦੇ ਉੱਤੋਂ। ਔਰ ਇਹਨਾਂ ਦੇ ਇੱਕ ਪ੍ਰਵਕਤਾ ਹੁਣੇ ਥੋੜੀ ਦੇਰ ਪਹਿਲਾਂ ਇੱਕ ਨਿਊਜ਼ ਚੈਨਲ ਤੇ ਮੇਰੇ ਨਾਲ ਸੀਗੇ, ਔਰ ਉਹਨਾਂ ਨੇ ਸਾਫ਼ ਕਿਹਾ ਵੀ ਇਹ ਖਬਰ ਬਣੀ ਹੈ, ਅਗਰ ਅਸੀਂ ਇਹ ਨਾ ਕਰਦੇ ਤਾਂ ਸਾਡੀ ਖਬਰ ਨਹੀਂ ਬਣਨੀ ਸੀ। ਵੀ ਖਬਰਾਂ ਤੇ ਤੁਸੀਂ ਰੋਜ਼ ਬਣਾਉਂਦੇ ਹੋ। ਆ ਕੱਲ ਇੱਕ ਇਸ਼ਤਿਹਾਰ ਲੱਗਿਆ ਸੀਗਾ ਪੂਰੇ ਪੇਜ ਦਾ, ਉਹ ਤੇ 26 ਕਰੋੜ ਰੁਪਏ ਇਹਨਾਂ ਨੇ ਖਰਚ ਕੀਤਾ ਹੈ ਪੂਰੇ ਹਿੰਦੁਸਤਾਨ 'ਚ ਇਸ਼ਤਿਹਾਰ ਦੇ ਕੇ। ਤੁਸੀਂ ਯਕੀਨ ਮੰਨੋ 2 ਲੱਖ ਤੋਂ ਉੱਤੇ ਇਹਨਾਂ ਦੇ ਕੋਲ ਕੰਪਲੇਂਟਸ ਆਈਆਂ ਉਸ ਇਸ਼ਤਿਹਾਰ ਦੇ ਬੇਸ ਦੇ ਉੱਤੇ, ਜਿਹੜਾ ਨੰਬਰ ਸੀ ਉਹਦੇ ਬੇਸ ਤੇ। ਸਿਰਫ 26 ਪਰਚੇ ਦਰਜ ਹੋਏ, 6 ਉਹ ਚੋਂ ਬਰੀ ਹੋ ਗਏ, 20 ਅਜੇ ਅੰਡਰ ਉਹਦੇ ਹੈਗੇ ਨੇ ਵਿਚਾਰਧੀਨ ਨੇ। ਔਰ ਉਸ ਕੰਪਨੀ ਨੂੰ ਜਾਂ ਜਿਹੜਾ ਉਹ ਮੀਡੀਆ ਦੇ ਥਰੂ ਜਿੱਥੇ ਚੱਲ ਰਿਹਾ ਸੀ ਉਹ ਸਾਰਾ 13 ਕਰੋੜ ਰੁਪਈਆ ਉਸ ਕੰਪਨੀ ਨੂੰ ਪੇ ਕਰ ਚੁੱਕੇ ਹੈ। ਇਹ ਆਰਟੀਆਈ ਦੀ ਖਬਰ ਹੈ ਪੂਰੀ, ਆਰਟੀਆਈ ਤੋਂ ਕਢਾਈ ਹੋਈ ਉਹ ਹੈ। ਮਤਲਬ ਤੁਸੀਂ 13 ਕਰੋੜ ਰੁਪਈਆ ਔਰ 1 ਰੁਪਈਆ ਰਿਕਵਰੀ ਨਹੀਂ, 13 ਉਹ 26 ਕੱਲ ਖਰਚਦਾ, 39 ਕਰੋੜ ਰੁਪਈਆ ਪੰਜਾਬ ਦਾ ਬਰਬਾਦ ਕੀਤਾ। ਔਰ ਭਗਵੰਤ ਮਾਨ ਸਾਹਿਬ ਤੇ ਅੱਜ ਨਾ ਸਿਰਫ ਔਰ ਸਿਰਫ ਕੇਜਰੀਵਾਲ ਸਾਹਿਬ ਦੀ ਚਾਕਰੀ ਤੇ ਲੱਗੇ ਹੋਏ ਨੇ। ਅੱਜ ਉਹਨਾਂ ਨੂੰ ਹੈਲੀਕਾਪਟਰ ਤੇ ਲੈ ਕੇ ਕਦੀ ਇਸ ਥਾਂ ਤੇ ਇਸ ਬੂਹੇ ਦੇ ਉੱਤੇ ਜਾ ਕੇ ਮੱਥੇ ਟੇਕਦੇ ਨੇ, ਕਦੀ ਕਿਸੇ ਬੂਹੇ ਤੇ ਮੱਥੇ ਟੇਕਦੇ ਨੇ, ਕਿਉਂਕਿ ਇਹਨਾਂ ਨੂੰ ਪਾਵਰ ਚਾਹੀਦੀ ਹੈ। ਪਾਵਰ ਸੀਕਰ ਨੇ ਕਿ ਨਹੀਂ ਜੀ ਅਸੀਂ ਉਹ ਸਭ ਕੁਝ ਕਰ ਸਕਦੇ ਹਾਂ, ਬਾਕੀ ਦੁਨੀਆ ਤੇ ਸਾਰੀ ਬੇਵਕੂਫ ਬੈਠੀ ਹੈ। ਚਾਹੇ ਉਹ ਪ੍ਰਧਾਨ ਮੰਤਰੀ ਨੂੰ ਫਿਰ ਅਨਪੜ੍ਹ ਗਵਾਰ ਕਹਿਣਾ ਪਵੇ, ਚਾਹੇ ਕਿਸੇ ਨੂੰ ਕੁਝ ਵੀ ਕਹਿਣਾ ਪਵੇ, ਚਾਹੇ ਉਹ ਫਿਰ ਸੁਖਬੀਰ ਬਾਦਲ ਸਾਹਿਬ ਵਾਸਤੇ ਵੀ ਬਦਲਫਜ਼ੀ ਬੋਲਣੀ ਪਵੇ। ਬੰਦਾ ਇਹ ਪੁੱਛੇ ਵੀ ਤੁਸੀਂ ਕਿੰਨੇ ਪੜ੍ਹੇ ਹੋ? ਜਿਹੜੇ ਸੀਐਮ ਸਾਹਿਬ ਸਾਡੇ ਨੇ ਕਿੰਨੀਆਂ ਜਮਾਤਾਂ ਪੜ੍ਹ ਕੇ ਆਏ ਨੇ, ਕਿਹੜੀ ਇਹਨਾਂ ਨੇ MBA ਕੀਤੀ ਹੋਈ ਹੈ, ਕਿਹੜੀ ਇਹ ਡਿਗਰੀ ਲੈ ਕੇ ਆਏ ਨੇ, ਸਾਨੂੰ ਇਹ ਦੱਸ ਦੇਣ। ਪਰ ਇੰਨਾ ਮਿਆਰ ਥਲੇ ਸੁੱਟ ਲਿਆ ਇਹਨਾਂ ਨੇ ਕਿ ਇਹ 'ਚ ਪੰਜਾਬ ਦਾ ਕੋਈ ਭਲਾ ਕਰਨ ਦੀ ਇਹਨਾਂ ਦੀ ਨੀਅਤ ਨਹੀਂ ਹੈਗੀ। ਲੇਕਿਨ ਪੰਜਾਬ ਦਾ ਪੈਸਾ ਜਿਸ ਤਰੀਕੇ ਨਾਲ ਬਾਹਰ ਦੀਆਂ ਸਟੇਟਾਂ 'ਚ ਬਰਬਾਦ ਕੀਤਾ ਜਾ ਰਿਹਾ ਅੱਜ, ਔਰ ਇਹ ਰੋਂਡੀ ਪਿੱਟ ਕੇ ਇਹ ਲੋਕਾਂ ਨੂੰ ਵਿਚਾਰੇ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਕੁਝ ਵੀ ਹੋਵੇ ਜਾਣਾ ਚਾਹੀਦਾ ਸੀ। ਬਿਲਕੁਲ ਇਹ ਬਲੰਡਰ ਹੈ, ਇਹ ਨਹੀਂ ਜਿਹੜਾ ਜਾ ਰਿਹਾ ਬਲੰਡਰ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਠੀਕ ਹੈ ਸਰ, ਹਮੇਸ਼ਾ ਇੱਕ ਬੁੱਕੇ ਲੈ ਕੇ ਜਾਂਦੇ ਸੀਗੇ। ਗੌਰਵ ਜੀ ਇੱਕ ਮਿੰਟ, ਤੁਸੀਂ ਸ਼ਬਦ ਪ੍ਰਕਾਸ਼ ਸਿੰਘ ਬਾਦਲ ਚਾਹੇ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ, ਚਾਹੇ ਵਾਜਪਾਈ ਸਾਹਿਬ ਦੀ ਸਰਕਾਰ ਸੀ, ਇੱਕ ਬੁੱਕੇ ਲੈ ਕੇ ਜਾਂਦੇ ਸੀਗੇ, ਲੇਕਿਨ ਕੁਝ ਨਾ ਕੁਝ ਲੈ ਕੇ ਆਉਂਦੇ ਸੀਗੇ।
ਇਹ ਜਿਹੜੀਆਂ ਮੀਟਿੰਗਾਂ ਹੁੰਦੀਆਂ ਇਹਦੇ ਵਿੱਚ ਇਹ ਨਹੀਂ ਹੈ ਵੀ ਤੁਸੀਂ ਨਹੀਂ ਜਾਓਗੇ ਤੇ ਕੁਝ ਵੀ ਨਹੀਂ ਮਿਲਣਾ। ਅਗਰ ਜਾਓਗੇ ਤੇ ਘੱਟੋ ਘੱਟ ਤੁਸੀਂ 4 ਚੀਜ਼ਾਂ ਡਿਸਕਸ ਕਰਦੇ ਹੋ। ਇੱਕ ਚੀਜ਼ ਜਿਹੜੀ ਹੈਗੀ ਕੋਈ ਉਹਦਾ ਹੱਲ ਕੱਢਦੇ ਹੋ, ਕੋਈ ਰਸਤਾ ਨਿਕਲਦਾ ਔਰ ਉਹ ਤੁਸੀਂ ਲੈ ਕੇ ਆਉਂਦੇ ਹੋ ਤੁਸੀਂ। ਲੇਕਿਨ ਇਹ ਤੇ ਗੱਲ ਕਰਨ ਦੀ ਤਿਆਰ ਨਹੀਂ। ਇੰਨੀ ਜ਼ਿਆਦਾ ਇਹਨਾਂ ਦੇ ਵਿੱਚ ਈਗੋ ਹੈ ਕਿ ਇਹ ਤੇ ਆਪਣੇ ਆਪ ਨੂੰ ਇੰਨਾ ਸੁਪੀਰੀਅਰ ਔਰ ਸੁਪਰ ਜਵਾਬ ਲੈ ਲਈਏ ਸਰ। ਆਪਾਂ ਜਵਾਬ ਲੈ ਲਈਏ। ਤੁਹਾਡੇ 2-3 ਪੁਆਇੰਟ ਆ ਗਏ। ਇਨਫੈਕਟ ਤੁਸੀਂ ਦੋ ਜਿਹੜੇ ਵਰਡਸ ਦਾ ਇਸਤੇਮਾਲ ਕੀਤਾ, ਇੱਕ ਤੁਸੀਂ ਕਿਹਾ ਕਿ ਰੌਂਡੀ ਪਿੱਟਣਾ ਤੇ ਦੂਜੀ ਗੱਲ ਬਲੰਡਰ ਸ਼ਬਦ ਦਾ ਇਸਤੇਮਾਲ ਕੀਤਾ। ਸੰਘੇੜਾ ਸਾਹਿਬ, ਬਹੁਤ ਸਾਰੇ ਸਵਾਲਾਂ ਦੇ ਵਿਚਾਲੇ ਸਵਾਲ ਇਹ ਹੈ ਜੋ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਦਿੱਲੀ ਦੀ ਲੜਾਈ ਹੈ, ਪੰਜਾਬ ਵਾਲਿਆਂ ਨੂੰ ਨਾਲ ਲੜਨੀ ਪੈ ਰਹੀ ਹੈ। ਜੀ ਇਹਨਾਂ ਦੇ ਕਹਿਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਦੇਖੋ ਤੁਸੀਂ ਦੇਖੋ ਨਾ, ਰੌਂਡੀ ਤਾਂ ਇਹ ਪਿੱਟ ਰਹੇ ਨੇ ਖੁਦ ਭੁੱਲਰ ਸਾਹਿਬ। ਮੈਂ ਇਹ ਕਹਿੰਦੇ ਨਾ ਬੁੱਕੇ ਲੈ ਕੇ ਜਾਂਦੇ ਸੀ ਤਾਂ ਕੁਝ ਨਾ ਕੁਝ ਲੈ ਕੇ ਆਉਂਦੇ ਸੀ। ਮੈਂ ਇਹ ਅਜੇ ਇਹਨਾਂ ਨੇ ਕੌਮਾ ਪਾਇਆ, ਮੈਂ ਸੈਂਟੈਂਸ ਪੂਰਾ ਕਰ ਦਿੰਨਾ। ਜੋ ਵੀ ਕੁਝ ਲੈ ਕੇ ਆਉਂਦੇ ਸੀ ਨਾ, ਗੁਰਗਾਉਂ ਤੇ ਰਸਤੇ ਚ ਆਉਂਦੇ ਆਉਂਦੇ ਹਰਿਆਣੇ ਦੇ ਵਿੱਚ ਹੀ ਲਾਏ ਆਉਂਦੇ ਸੀਗੇ ਆਪਣੇ ਕੰਮਾਂ ਤੇ ਹੀ। ਜਾਂ ਜੇ ਥੋੜਾ ਬਹੁਤ ਵੱਜ ਜਾਂਦਾ ਸੀਗਾ ਤਾਂ ਆ ਕੇ ਇੱਧਰ ਇੱਕ 7 ਸਟਾਰ ਹੈਗਾ, ਉੱਥੇ ਲਿਆ ਕੇ ਲਾ ਦਿੰਦੇ ਸੀਗੇ। ਇਹਨਾਂ ਨੇ ਪੰਜਾਬ ਦਾ ਸੱਤਿਆਨਾਸ਼ ਕੀਤਾ। ਮੈਂ ਉਧਰਲੇ ਪਾਸੇ ਜਾਣਾ ਨਹੀਂ ਚਾਹੁੰਦਾ ਕੀ ਇਹ ਲੈ ਕੇ ਆਉਂਦੇ ਸੀ। ਇੱਕ ਤਾਂ ਤੁਸੀਂ ਨਾ ਅੱਜ ਗੌਰਵ ਜੀ 3 ਬੀਜੇਪੀ ਦੇ ਨੁਮਾਇੰਦੇ ਬਿਠਾ ਲਏ ਆ। ਉਹ ਦੋਨੇ ਹੀ ਖੜਿਆਲ ਸਾਹਿਬ ਵੀ ਤੇ ਭੁੱਲਰ ਸਾਹਿਬ ਵੀ ਉਹ ਬੀਜੇਪੀ ਦੀ ਬੋਲੀ ਬੋਲ ਰਹੇ ਆ, ਔਰ ਇਹਨਾਂ ਨਾਲੋਂ ਤਾਂ ਰਿਫਾਈਨਡ ਕੇਸ ਬੀਜੇਪੀ ਦਾ ਸਰੀਨ ਸਾਹਿਬ ਪੇਸ਼ ਕਰ ਰਹੇ ਆ। ਇਹ ਐਵੇਂ ਹੀ ਉਹਨਾਂ ਦੀ ਪੂਛ ਬਣੇ ਹੋਏ ਆ। ਇਦਾਂ ਹੀ ਸਿਰਸਾ ਸਾਹਿਬ ਪਹਿਲਾਂ ਮੈਂ ਸੁਣ ਰਿਹਾ ਸੀ ਤੁਹਾਡੇ ਚੈਨਲ ਤੇ, ਉਹ ਬੋਲ ਰਹੇ ਸੀਗੇ। ਸੋ ਅਸੀਂ ਸਪਸ਼ਟ ਤੌਰ ਤੇ ਕਿਹਾ ਆ ਕਿ ਕੱਲੇ ਦੀ ਜ਼ੁਬਾਨ ਤੇ ਆਡੀਆ ਬਾਰੇ ਕਿਸੇ ਨੇ ਨਹੀਂ ਦੱਸਿਆ ਜਿਹੜੇ ਸਾਡੇ ਇਸ਼ੂ ਹੈਗੇ ਆ। ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹੀ ਆ ਕਿ ਪੰਜਾਬ ਦਾ ਪੈਸਾ ਰੋਕੀ ਬੈਠੇ ਆ, ਹੋਰ ਵੀ ਕੋਈ ਸਹੂਲਤਾਂ ਨਹੀਂ ਦੇ ਰਹੇ ਜੋ ਪੰਜਾਬ ਦੇ ਹੱਕ ਆ ਨਹੀਂ ਦੇ ਰਹੇ। ਪੰਜਾਬ ਵਿਰੋਧੀ ਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸੰਘੇੜਾ ਸਾਹਿਬ ਵਿਰੋਧੀ ਨੇ, ਉਹਨਾਂ ਨੂੰ ਲੱਗਦਾ ਕਿ ਆਰਡੀਨੈਂਸ ਕਰਕੇ ਹੀ ਬਾਈਕਾਟ ਕੀਤਾ ਗਿਆ ਮੀਟਿੰਗ ਦਾ। ਨਹੀਂ ਉਹ ਲੱਗਦਾ ਨਹੀਂ ਹੈ। ਉਹ ਹੋਰ ਇਹਨਾਂ ਕੋ ਕਹਿਣ ਨੂੰ ਕੁਝ ਨਹੀਂ। ਪੰਜਾਬ 'ਚ ਦੇਖੋ ਕਿੰਨੇ ਕੰਮ ਹੋ ਰਹੇ ਆ। ਪੰਜਾਬ ਸਰਕਾਰ ਕਿੰਨਾ ਵਧੀਆ ਕੰਮ ਕਰ ਰਹੀ ਆ। ਭਗਵੰਤ ਮਾਨ ਸਾਹਿਬ ਦੀ ਕਿੰਨੀ ਤਾਰੀਫ ਹੋ ਰਹੀ ਆ। ਹੁਣੇ ਜਲੰਧਰ 'ਚ ਗੋਲੀਆਂ ਜਵਾਬ ਲੈ ਲੈਣ ਦੀ ਗੱਲ ਦਾ ਮੇਰੇ ਕਾਂਗਰਸ ਦਾ ਗੜ ਸੀਗਾ। ਮੈਂ ਆਲੇ ਭੁੱਲਰ ਸਾਹਿਬ ਆ ਰਹੇ ਤੁਹਾਡੇ ਕੋਲ ਵੀ। ਵਿੱਚ ਨਾ ਬੋਲੋ ਭੁੱਲਰ ਸਾਹਿਬ ਜੀ। ਭੁੱਲਰ ਸਾਹਿਬ ਤੁਸੀਂ ਵਿੱਚ ਨਾ ਬੋਲੋ। ਤੁਹਾਡੀ ਆਦਤ ਹੈ, ਮੇਰੀ ਆਦਤ ਨਹੀਂ ਹੈਗੀ। ਲਫ਼ਜ਼ ਬੋਲ ਚੁੱਕੇ ਹੋ। ਮਰਿਆਦਾ ਰੱਖਿਆ ਕਰੋ ਸ਼ਬਦਾਂ ਦੀ ਮਰਿਆਦਾ ਰੱਖਿਆ ਕਰੋ। ਸਭ ਕੁਝ ਮੈਨੂੰ ਵੀ ਆਉਂਦਾ ਆ। ਬੋਲਣ ਜੋਗੇ ਨਹੀਂ ਛੱਡੂਗਾ ਜੇ ਹੁਣ ਮੇਰੀ ਗੱਲ ਦੇ ਵਿੱਚ ਬੋਲੇ ਤਾਂ। ਉਹ ਕੋਈ ਨਹੀਂ, ਤੁਹਾਡੀ ਆਦਤ ਹੈ ਜਨਾਬ। ਮੁੱਦਿਆਂ ਦੀ ਲੜਾਈ ਲੜਦੇ ਆ। ਆਮ ਆਦਮੀ ਪਾਰਟੀ ਜਿਹੜੀ ਆ, ਆਮ ਆਦਮੀ ਪਾਰਟੀ ਕਦੀ ਕਾਂਗਰਸ ਦਾ ਵਿਰੋਧ ਨਹੀਂ ਕਰਦੀ, ਕਦੀ ਬੀਜੇਪੀ ਦਾ ਵਿਰੋਧ ਨਹੀਂ ਕਰਦੀ। ਅਸੀਂ ਭ੍ਰਿਸ਼ਟਾਚਾਰ ਦਾ ਵਿਰੋਧ ਕਰਦੇ ਆ। ਅਸੀਂ ਵਿਕਾਸ ਕਰਨਾ ਚਾਹੁੰਦੇ ਆ। ਅਸੀਂ ਪੋਜ਼ਿਟਿਵ ਗੱਲ ਕਰਦੇ ਆ। ਖੜਿਆਲ ਸਾਹਿਬ ਕਹੀ ਜਾਂਦੇ ਆ, ਇਹਨਾਂ ਨੂੰ ਖੜਿਆਲ ਸਾਹਿਬ ਨੂੰ ਪਤਾ ਹੀ ਨਹੀਂ ਹੈ ਕਾਮਨ ਮਿਨੀਮਮ ਪ੍ਰੋਗਰਾਮ ਕੀ ਹੁੰਦਾ ਆ। ਕਾਮਨ ਮਿਨੀਮਮ ਪ੍ਰੋਗਰਾਮ ਤਹਿਤ ਅਸੀਂ ਬਾਕੀ ਦਲਾਂ ਦੀ ਵੀ ਮਦਦ ਲੈ ਰਹੇ ਆ। ਸਾਡੀਆਂ ਜਿਹੜੀਆਂ ਘੱਟੋ ਘੱਟ ਮੰਗਾਂ ਹੁੰਦੀਆਂ ਪੰਜਾਬ ਦੇ ਮੁੱਦੇ ਤੇ ਹੀ ਤਾਂ ਅਸੀਂ ਬਾਕੀਆਂ ਦੀਆਂ ਮਦਦ ਲੈ ਰਹੇ ਆ। ਨੰਬਰ 2 ਤੇ ਜਿਹੜੇ ਨੈਸ਼ਨਲ ਇਸ਼ੂ ਹੈ ਕਿ ਤੁਸੀਂ ਸਰਕਾਰਾਂ ਨੂੰ ਇਦਾਂ ਹੀ ਪਾਉਣਾ ਸ਼ੁਰੂ ਕਰ ਦਿਓਗੇ, ਡਿਕਟੇਟਰਸ਼ਿਪ ਹੀ ਹੌਲੀ ਕਰ ਦਿਓਗੇ ਤਾਂ ਉਹਦਾ ਫਾਇਦਾ ਕੀ ਆ। ਸਾਰੇ ਇਸ਼ੂ ਲੈਣੇ ਹੁੰਦੇ ਆ। ਪੰਜਾਬ ਦੇ ਇਸ਼ੂ ਵੀ ਆ ਤੇ ਦੂਸਰੇ ਇਸ਼ੂ ਵੀ ਆ। ਸੰਘੇੜਾ ਸਾਹਿਬ ਜਵਾਬ ਦੇ ਦਿਓ। ਸਰੀਨ ਸਾਹਿਬ, ਸੰਘੇੜਾ ਸਾਹਿਬ ਜਵਾਬ ਦੇ ਦਿਓ। ਸਰੀਨ ਸਾਹਿਬ ਕਹਿ ਰਹੇ ਸੀ ਕਿ ਅਸੀਂ ਇੰਨੇ ਕਰੋੜ ਕੇਂਦਰ ਨੇ ਭੇਜ ਦਿੱਤਾ, ਇੰਨੇ ਕਰੋੜ ਫਲਾਣੀ ਸਮੇਂ ਦੇ ਉੱਤੇ ਆ ਗਿਆ, ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਨੇ ਉਹਨਾਂ ਦੇ ਲਈ ਆ ਗਿਆ, ਕਿ ਪੈਸਾ ਤਾਂ ਕੇਂਦਰ ਬਹੁਤ ਭੇਜ ਰਿਹਾ ਹੈ। ਆਰਡੀਐਫ ਵਾਲਾ ਜੇ ਪੈਸਾ ਨਹੀਂ ਆਇਆ ਤਾਂ ਉਹਦੀ ਇੱਕ ਸਪੈਸੀਫਿਕ ਵਜ੍ਹਾ ਹੈ ਕਿ ਤੁਸੀਂ ਦੱਸ ਨਹੀਂ ਸਕੇ ਕਿ ਆਰਡੀਐਫ ਦਾ ਪੈਸਾ ਕਿੱਥੇ ਲਗਾ ਰਹੇ ਹੋ ਜਾਂ ਕਿੱਥੇ ਲਗਾਉਣਾ ਹੈ। ਆਪ ਹੀ ਤਾਂ ਆਪਣੇ ਜਵਾਬ 'ਚ ਹੀ ਤਾਂ ਸਰੀਨ ਸਾਹਿਬ ਦੱਸ ਚੁੱਕੇ ਆ ਕਿ ਅਸੀਂ, ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਚੈਨਲ ਤੇ ਦੱਸਿਆ ਸੀਗਾ ਕਿ ਜਨਵਰੀ 'ਚ ਅਸੀਂ ਅਮੈਂਡਮੈਂਟ ਕਰ ਚੁੱਕੇ ਆ। ਸਾਨੂੰ ਤਾਂ ਸਾਲ ਹੋਇਆ ਜੇ। ਇਹ ਪਹਿਲੀਆਂ ਸਰਕਾਰਾਂ ਵੇਲੇ ਦੇ ਇਸ਼ੂ ਸੀਗੇ, ਅਸੀਂ ਰੀਡਰੈਸ ਕਰਤੇ ਆ ਜਿਹੜੇ ਕੇਂਦਰ ਸਰਕਾਰ ਕਹਿ ਰਹੀ ਸੀ। ਅਸੀਂ ਇਦਾਂ ਦੀ ਗੱਲ ਨਹੀਂ ਹੈ। ਅਸੀਂ ਕਾਨੂੰਨ ਅਨੁਸਾਰ ਚੱਲਣ ਵਾਲੇ ਬੰਦੇ ਆ, ਦੇਸ਼ ਭਗਤ ਬੰਦੇ ਆ। ਜੋ ਇਹ ਕਹਿੰਦੇ ਸੀਗੇ ਅਸੀਂ ਉਹ ਸਾਰੇ ਇਹਨਾਂ ਦੇ ਜਵਾਬ ਦੇਤੇ ਆ। ਸਾਰੇ ਯੂਟੀਲਾਈਜੇਸ਼ਨ ਸਰਟੀਫਿਕੇਟ ਚਲੇ ਗਏ ਆ, ਸਾਰੇ ਬਿੱਲ ਬਣ ਕੇ ਚਲੇ ਗਏ ਆ। ਉਹਦੇ ਚੋਂ ਹੀ ਰਕਮ ਸਾਹਮਣੇ ਆਈ ਆ, ਉਹਦੇ ਬਾਰੇ ਬੋਲ ਹੀ ਨਹੀਂ ਰਹੇ ਸਰੀਨ ਸਾਹਿਬ। ਠੀਕ ਆ, ਆਪਾਂ ਜਵਾਬ ਲੈਣੇ ਨਾ। ਖੜਿਆਲ ਸਾਹਿਬ ਵੇਟ ਕਰੋ ਥੋੜੀ ਜਿਹੀ। ਆਪਾਂ ਜਵਾਬ ਲੈਣੇ। ਸੰਘੇੜਾ ਸਾਹਿਬ ਆਪਾਂ ਜਵਾਬ ਲੈਣੇ। ਛੋਟਾ ਜਵਾਬ ਰੱਖੋ, ਵਾਰ-ਵਾਰ ਮੈਂ ਆ ਪਾਉਂਗਾ। ਰੋਕ ਲਿਆ ਜੀ। ਉਹਨਾਂ ਨੂੰ ਜਵਾਬ ਦੇ ਲੈਣ। ਰੋਕਣਾ ਇਹਨਾਂ ਦਾ ਹੱਕ ਨਹੀਂ ਹੈ, ਸਾਡਾ ਨੁਕਸਾਨ ਕਰ ਰਹੇ ਨੇ। ਠੀਕ ਹੈ ਸਰੀਨ ਸਾਹਿਬ। ਸੰਘੇੜਾ ਜੀ ਤੁਸੀਂ ਬਹੁਤ ਸਿਆਣੇ ਅਫਸਰ ਹੋ ਔਰ ਤੁਸੀਂ ਗੱਲਾਂ ਵੀ ਚੰਗੀਆਂ ਕਰਦੇ ਹੋ, ਪਰ ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਅਫਸਰ ਰਹੇ ਹੋ, ਕਿਆ ਬਿਨਾਂ ਪਿਛਲੇ ਫੰਡ ਦੀ ਯੂਟੀਲਾਈਜੇਸ਼ਨ ਦੇ ਅਗਲੀ ਗ੍ਰਾਂਟ ਆ ਸਕਦੀ ਹੈ? ਤੁਸੀਂ ਕਹਿੰਦੇ ਬਿੱਲ ਭੇਜ ਦਿੱਤੇ, ਤੁਸੀਂ ਆਪਣੀ ਸ਼ੀਟ ਬਣਾ ਕੇ ਭੇਜ ਦਿਓ, ਉਹ ਸ਼ੀਟ ਨਹੀਂ ਹੁੰਦੀ। ਯੂਟੀਲਾਈਜੇਸ਼ਨ ਸਰਟੀਫਿਕੇਟ ਵਿਦ ਦ ਕੰਫਰਮੇਸ਼ਨ ਹੁੰਦੀ ਹੈ ਕਿ ਫਲਾਣੀ ਥਾਂ ਤੇ ਫਲਾਣਾ ਪੈਸਾ ਖਰਚ ਕੀਤਾ ਗਿਆ, ਆ ਕੀਤਾ ਗਿਆ, ਉਹ ਹੁੰਦਾ ਯੂਟੀਲਾਈਜੇਸ਼ਨ ਸਰਟੀਫਿਕੇਟ। ਤੁਸੀਂ ਅਫਸਰ ਰਹੇ ਹੋ, ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ, ਕਿਉਂਕਿ ਮੈਂ ਐਡਮਿਨਿਸਟ੍ਰੇਸ਼ਨ 'ਚ ਨਹੀਂ ਰਿਹਾ, ਤੁਸੀਂ ਐਡਮਿਨਿਸਟ੍ਰੇਸ਼ਨ 'ਚ ਰਹੇ ਹੋ ਕਿ ਯੂਟੀਲਾਈਜੇਸ਼ਨ ਸਰਟੀਫਿਕੇਟ ਕੀ ਹੁੰਦਾ ਹੈਗਾ। ਤੁਸੀਂ ਇੱਕ ਮਿੰਟ ਸੰਘੇੜਾ ਸਾਹਿਬ, ਮੈਂ ਵਿੱਚ ਨਹੀਂ ਬੋਲਿਆ ਪਲੀਜ਼। ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਭੇਜੇ ਹੋਏ ਨੇ, ਗੱਲ ਤਾਂ ਇਹ ਹੈ ਕਿ ਜਾਂ ਤਾਂ ਫਿਰ ਉਹ ਸਰਟੀਫਿਕੇਟ ਜਾਂ ਫਿਰ ਜਿਹੜੇ ਵੀ ਕਾਗਜ਼ ਨੇ ਉਹ ਲੈ ਕੇ ਆਉਂਦੇ।
ਇੱਕ ਜੀ। ਫਿਰ ਚਿੱਠੀ ਆਈ ਕੇਂਦਰ ਸਰਕਾਰ ਦੀ ਕਿ ਅਮੈਂਡਮੈਂਟ ਵੀ ਕਰੋ, ਅਸੀਂ ਉਹ ਵੀ ਕਰਤੀ ਹੈ। ਸੁਣ ਲਓ ਮੇਰੀ ਗੱਲ ਸੰਗੇੜਾ ਜੀ। 8 ਜਨਵਰੀ 2023 ਨੂੰ ਕਰਤੀ ਹੈ। ਮੈਂ ਵਿੱਚ ਨਹੀਂ ਬੋਲਿਆ ਪਲੀਜ਼, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ। ਤੁਸੀਂ ਹੌਲੀ ਆਏ ਕਿ ਬੋਲੋ, ਤੁਸੀਂ ਜੋ ਬੋਲਣਾ ਸੀ ਬੋਲ ਲਿਆ, ਮੈਂ ਤਾਂ ਨਹੀਂ ਵਿੱਚ ਬੋਲੇ ਤੁਹਾਡੇ। ਮੈਨੂੰ ਬੋਲਣੇ ਤਾਂ ਤੁਸੀਂ ਆਪਣੇ ਪੱਖ ਰੱਖਦੇ ਹੋ। ਜੇ ਇਹਨਾਂ ਨੇ, ਮੈਂ ਚੈਲੰਜ ਕਰਦਾ ਇਸ ਚੈਨਲ ਦੇ ਉੱਤੇ, ਇਹ ਪਿਛਲੇ ਫੰਡਾਂ ਦੀ ਯੂਟਿਲਾਈਜੇਸ਼ਨ ਦਾ ਜੀ ਗੌਰਵ ਜੀ ਤੁਹਾਡੇ ਚੈਨਲ ਤੇ ਆ ਕੇ ਪ੍ਰੋਡਿਊਸ ਕਰ ਦੇਣ। ਆਈ ਚੈਲੰਜ ਇਟ। ਸਵੇਰੇ ਆ ਕੇ ਜਿਹੜੇ ਪਿਛਲੇ ਕਹਿੰਦੇ ਨਾ ਸੀ ਯੂਟਿਲਾਈਜੇਸ਼ਨ ਸਰਟੀਫਿਕੇਟ ਦਿੱਤੇ ਨੇ, ਆਈ ਚੈਲੰਜ ਹਿਮ ਸਵੇਰੇ ਤੁਹਾਡੇ ਚੈਨਲ ਤੇ ਆ ਕੇ ਲੈਟ ਅਸ ਕਮ ਟੂਗੇਦਰ, ਇਹ ਵੀ ਆ ਜਾਣ ਆਪਣੇ ਬਿੱਲ ਲੈ ਕੇ, ਮੈਂ ਵੀ ਆ ਜਾਣਾ ਦੇਖਣ ਵਾਸਤੇ। ਤੁਹਾਡੇ ਚੈਨਲ ਤੇ ਖੁੱਲਾ ਚੈਲੰਜ ਦੇਣਾ। ਝੂਠ ਦੇ ਇਲਾਵਾ ਕੰਮ ਹੀ ਕੋਈ ਨਹੀਂ ਇਹਨਾਂ ਨੂੰ ਹੈਗਾ, ਹਰ ਗੱਲ ਤੇ ਝੂਠ। ਤੁਸੀਂ ਅੰਦਾਜ਼ਾ ਲਾਓ ਪੰਜਾਬ ਨੂੰ ਕਿੱਦਾਂ ਬਰਬਾਦ ਕਰਨ ਤੇ ਲੱਗੇ ਹੋਏ ਨੇ। ਜਿਵੇਂ ਹੁਣ ਮੇਰੇ ਸਾਥੀ ਨੇ ਵੀ ਜ਼ਿਕਰ ਕੀਤਾ, ਗੌਰਵ ਜੀ 3 ਲੱਖ ਕੰਪਲੇਂਟਾਂ ਆਈਆਂ, ਚੀਫ ਮਿਨਿਸਟਰ ਕਹਿੰਦਾ ਮੈਂ 300 ਕੇਸ ਦਰਜ ਕਰ ਦਿੱਤੇ, ਕਿੰਨੇ ਬਣੇ 0.001%। ਠੀਕ ਹੈ, 0.001% ਨੂੰ ਤੁਸੀਂ ਕਹਿੰਦੇ ਤੁਹਾਡੀ ਉਪਲਬਧੀ ਹੈ। ਚਲੋ ਆਪਾਂ ਡਿਬੇਟ ਦੇ ਉੱਤੇ ਰਹੀਏ, ਇਸ ਪੁਆਇੰਟ ਦੇ ਉੱਤੇ ਇਹ ਲਗਾਤਾਰ ਚਰਚਾ ਹੋ ਰਹੀ ਹੈ। ਖੜਿਆਲ ਸਾਹਿਬ ਥੋੜੀ ਵੇਟ ਕਰਿਓ, ਮੈਂ ਇੱਕ ਵਾਰੀ ਤੁਹਾਡਾ ਜਿਹੜਾ ਚੈਲੰਜ ਹੈ ਉਸ ਦੇ ਉੱਤੇ ਰਿਐਕਸ਼ਨ ਲੈ ਲਵਾਂ। ਸਰੀਨ ਸਾਹਿਬ ਥੋੜੇ ਵੇਟ ਕਰਿਓ। ਸੰਘੇੜਾ ਜੀ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਡਾਕੂਮੈਂਟ ਸਬਮਿਟ ਕਰਵਾ ਦਿੱਤੇ ਗਏ, ਉਸ ਦੇ ਬਾਵਜੂਦ ਆਰਡੀਐਫ ਦਾ ਪੈਸਾ ਨਹੀਂ ਆਇਆ, ਤਾਂ ਰੱਖ ਲਈ ਆਪਾਂ ਕਿਸ ਦਿਨ ਡਿਬੇਟ ਕੀ ਦੱਸ ਦਈਏ ਕਿ ਕਿਹੜੇ ਪੈਸੇ ਦਾ ਪੂਰਾ ਬਿਊਰਾ ਭੇਜ ਦਿੱਤਾ ਗਿਆ ਸੀ ਜਾਂ ਨਹੀਂ ਭੇਜਿਆ ਸੀ। ਨਹੀਂ, ਮੇਰੇ ਨਾਲ ਜਦੋਂ ਮਰਜ਼ੀ ਸਰੀਨ ਸਾਹਿਬ 1 on 1 ਜਦੋਂ ਮਰਜ਼ੀ ਆ ਜਾਣ ਜਾਂ ਰੱਖ ਲਓ। ਨਾਲੇ ਗੱਲ ਇਹ ਆ, ਮੈਂ ਤੁਹਾਨੂੰ ਹੁਣੇ ਇਹਨਾਂ ਨੂੰ ਸੈਟੀਸਫਾਈ ਕਰ ਦਿੰਦਾ ਆ। 1 ਸਾਲ ਹੋਇਆ, 2 ਸੀਜ਼ਨ ਲੰਘੇ ਆ ਜੀ, ਆ ਤੀਜਾ ਸੀਜ਼ਨ ਹੁਣ ਵੀਕ ਦਾ ਆ। ਹਾਂਜੀ, ਤੇ ਅਸੀਂ ਮਤਲਬ ਜਿਹੜੇ ਉਸ ਤੋਂ ਪਹਿਲਾਂ ਦੇ ਇਸ਼ੂ ਸੀਗੇ ਉਹ ਰੀਡਰੈਸ ਹੋ ਚੁੱਕੇ ਆ। ਜੋ ਇਹਨਾਂ ਨੇ ਪੁਰਾਣਾ ਵੀ ਰੋਕਿਆ ਜਾਂ ਕਹਿੰਦਾ ਉਸ ਤੇ ਨਵਾਂ ਇਸ਼ੂ ਤਾਂ ਹੈ ਹੀ ਕੋਈ, ਉਹਨਾਂ ਨੂੰ ਰੀਡਰੈਸ ਕੀਤਾ। ਨਵੇਂ ਚ ਕੋਈ ਅਸੀਂ ਗਲਤ ਵਰਤੋਂ ਨਹੀਂ ਕੀਤੀ, ਕਿਤੇ ਨਹੀਂ ਕੀਤਾ। ਜਿਹੜਾ ਹੈਡ ਕਿਉਂਕਿ ਕੁੰਡੀ ਕਿੱਥੇ ਫਸੀ ਹੋਈ ਹੈ। ਨਹੀਂ ਸੰਘੇੜਾ ਸਾਹਿਬ, ਕੁੰਡੀ ਕਿੱਥੇ ਫਸੀ ਹੋਈ ਹੈ, ਪੈਸਾ ਕਿਉਂ ਨਹੀਂ ਦੇ ਰਹੀ ਸੈਂਟਰ? ਮੈਂ ਦੱਸਦਾ ਜੀ, ਇਹ ਵਰਤੋਂ ਜਿਹੜੀ ਨੇ ਗੌਰਵ ਜੀ, ਰੂਰਲ ਡਿਵੈਲਪਮੈਂਟ ਐਕਟ ਹੈ ਜਿਹੜਾ 1987 ਦਾ, ਉਹਦੇ ਵਿੱਚ ਲਿਖਿਆ ਹੋਇਆ, ਉਹਦੇ ਬਾਈ ਲਾਜ਼ ਬਣੇ ਹੋਏ ਆ, ਸੈਕਸ਼ਨ ਨੇ, ਉਹਨਾਂ ਦੇ ਤਹਿਤ ਵਰਤੋਂ ਹੁੰਦੀ ਹੈ। ਇਹਨਾਂ ਨੇ ਉਹੀ ਸਾਤੋਂ ਅਮੈਂਡ ਕਰਵਾਇਆ ਕਿਉਂਕਿ ਪੁਰਾਣੀ ਸਰਕਾਰ ਨੇ ਉਹ ਕੱਢ ਕੇ ਦਿਖਾਤੇ ਸੀਗੇ ਪਿਆ ਵਿੱਚ ਪ੍ਰੋਵੀਜ਼ਨ ਹੈਗੀ ਆ, ਅਸੀਂ ਇਹਦੇ ਤਹਿਤ ਮਿਸਯੂਜ਼ ਕਰੀ ਜਾ ਰਹੇ ਹਾਂ। ਫਿਰ ਕੇਂਦਰ ਸਰਕਾਰ ਸਾਨੂੰ ਕਹਿ ਕੇ ਇਹਨੂੰ ਅਮੈਂਡ ਕਰੋ, ਅਸੀਂ ਉਹ ਅਮੈਂਡ ਕਰਤਾ। ਇਹ ਥੋੜੀ ਆ ਵੀ ਮੇਰੇ ਕਹੇ ਤੇ ਜਾਂ ਮੰਤਰੀ ਦੇ ਕਿਸੇ ਦੇ ਕਹੇ ਤੇ ਤੁਹਾਡਾ ਵੈਲਿਡ ਪੁਆਇੰਟ ਆ ਗਿਆ। ਸਰੀਨ ਸਾਹਿਬ ਵੇਟ ਕਰੋ, ਖੜਿਆਲ ਜੀ ਔਰ ਪੁਲਰ ਜੀ ਬਹੁਤ ਦੇਰ ਡਿਬੇਟ ਕਰ ਰਹੇ ਨੇ। ਖੜਿਆਲ ਸਾਹਿਬ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰੀਨ ਸਾਹਿਬ ਸੰਘੇੜਾ ਜੀ ਥੋੜਾ ਜਿਹਾ ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ। ਆਪਾਂ ਰੋਜ਼ ਇਸੇ ਗੱਲ ਦਾ ਜ਼ਿਕਰ ਕਰਦੇ ਹਾਂ, ਖਾਸ ਤੌਰ ਤੇ ਜਦੋਂ ਸਕਾਈਪ ਦੇ ਜ਼ਰੀਏ ਜੁੜੀ ਹੋਈ ਹੈ ਨਾ ਆਪਾਂ। ਗੌਰਵ ਜੀ ਸਿਰਫ ਇੱਕ ਮਿੰਟ ਗੱਲ ਕਰ। ਠੀਕ ਹੈ, ਇੱਕ ਲਾਈਨ ਬੋਲਣਾ ਚਾਹ ਰਹੇ ਹਾਂ ਖੜਿਆਲ ਜੀ, ਥੋੜਾ ਵੇਟ। ਸੰਘੇੜਾ ਜੀ ਮੈਨੂੰ ਇੱਕ ਚੀਜ਼ ਤੁਸੀਂ ਦੱਸ ਦਿਓ, ਉਹ 2018-19 ਤੋਂ ਤੇ ਸਾਰਾ ਆਰਡੀਐਫ ਪਲੇਜ ਹੋਇਆ ਹੈ ਬੈਂਕ ਨੂੰ, ਉਹਦੀ ਕਿਸ਼ਤਾਂ ਜਾ ਰਹੀਆਂ, ਤੁਸੀਂ ਕਿਹੜਾ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓਗੇ ਉਹਦਾ? 2018 ਇੱਕ ਲਾਈਨ ਹੋ ਗਈ। ਠੀਕ ਹੈ, ਚਲੋ ਵੇਟ ਕਰੋ, ਜਵਾਬ ਦੇ ਦਿਓ ਸੰਘੇੜਾ ਸਾਹਿਬ, ਥੋੜੀ ਵੇਟ ਕਰਿਓ ਪਲੀਜ਼। ਖੜਿਆਲ ਸਾਹਿਬ ਐਵੇਂ ਨਾ ਕਰੋ ਸਾਰੇ, ਜੀ ਪਲੀਜ਼ ਥੋੜਾ ਜਿਹਾ ਵੇਟ ਕਰਿਓ। ਖੜਿਆਲ ਸਾਹਿਬ ਸਾਰੇ ਆਪਣੀ ਆਪਣੀ ਗੱਲ ਰੱਖ ਲੈਣ ਤਾਂ ਕਿ ਜ਼ਰੂਰੀ ਹੁੰਦਾ ਕਿ ਜਿਹੜੇ ਸਾਰੇ ਮਹਿਮਾਨ ਆਏ ਹੋਏ ਨੇ ਆਪਣੇ ਆਪਣੇ ਸਮੇਂ 'ਚ ਬੋਲ ਸਕਣ। ਗੌਰਵ ਜੀ ਕਿਸੇ ਦੇ ਟਾਈਮ 'ਚ ਬੋਲਿਆ ਨਹੀਂ, ਉਮੀਦ ਕਰਦੇ ਮੇਰੇ ਟਾਈਮ 'ਚ ਕੋਈ ਇੰਟਰਪਟ ਨਹੀਂ ਕਰੂਗਾ। ਪਹਿਲੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਵੈਸੇ ਤਾਂ ਟਾਈਮ ਨਹੀਂ ਕੱਢ ਪਾਉਂਦੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਮਿਲਣ ਲਈ, ਪੰਜਾਬ ਦੇ ਮੁੱਦੇ ਰਿਜ਼ੋਲਵ ਕਰਨ ਲਈ। ਉੱਥੇ ਨੀਤੀ ਆਯੋਗ ਦੀ ਮੀਟਿੰਗ 'ਚ ਜਾਂਦੇ ਤੇ ਹੋ ਸਕਦਾ ਹੈ ਕਿ ਕੁਝ ਮੁੱਦੇ ਡਿਸਕਸ ਹੋ ਜਾਂਦੇ ਤੇ ਇਨਸਾਈਡ ਦਾ ਮੀਟਿੰਗ, ਆਊਟਸਾਈਡ ਦਾ ਮੀਟਿੰਗ ਉੱਥੇ ਮਿਲਦੇ, ਇਕੱਠੇ ਹੁੰਦੇ, ਤੇ ਉਹ ਮੌਕਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿਆਗ-ਤਾਪ ਦੇ ਇੰਟਰਸਟ ਕਰਕੇ ਦਿੱਲੀ ਨੂੰ ਮੁੱਖ ਰੱਖਤਾ। ਦੂਜੀ ਗੱਲ ਗੌਰਵ ਜੀ, ਮੇਰੀ ਅਪੀਲ ਸਰਕਾਰ ਨੂੰ ਇਹ ਹੈ ਕਿ ਜਿੰਨਾ ਫੋਕਸ ਪੰਜਾਬ ਦੀ ਸਰਕਾਰ ਦਿੱਲੀ ਦੀ ਸਰਕਾਰ ਤੇ ਲਾਉਂਦੀ ਹੈ, ਉਹਦਾ 10% ਪੰਜਾਬ ਤੇ ਲਾ ਦੇ। ਮੈਨੂੰ ਲੱਗਦਾ ਜਿੰਨੇ ਇਸ਼ੂਜ਼ ਹੈਗੇ ਗੌਰਵ ਜੀ, ਉਹਦੇ ਮੈਜੋਰਿਟੀ ਰਿਜ਼ੋਲਵ ਹੋ ਜਾਣਗੇ, ਜ਼ਿਆਦਾਤਰ ਰਿਜ਼ੋਲਵ ਹੋ ਜਾਣਗੇ। ਤੀਜੀ ਗੱਲ ਗੌਰਵ ਜੀ ਇਹ ਹੈ, ਆਰਡੀਐਫ ਕਿਉਂ ਨਹੀਂ ਆਇਆ? ਜੀ ਤਾਂ ਭਾਰਤੀ ਜਨਤਾ ਪਾਰਟੀ ਦੇ ਧੱਕੇ ਕਰਕੇ ਤੇ ਆਮ ਆਦਮੀ ਪਾਰਟੀ ਦੀ ਕਮਜ਼ੋਰੀ ਕਰਕੇ, ਨਾ ਲੜਨ ਕਰਕੇ, ਅਹੰਕਾਰ ਕਰਕੇ। ਹੁਣ ਤਾਂ ਕਰਕੇ ਆਮ ਆਦਮੀ ਪਾਰਟੀ ਇੰਸ਼ੋਰ ਕਰੇ। ਇਹਨਾਂ ਨੇ ਇੱਕ ਗੱਲ ਕਹੀ ਸੀ ਨਾ ਵੀ ਅਸੀਂ ਕਰਪਸ਼ਨ ਜਿਹਨੇ ਕੀਤੀ ਹੈ ਉਹ ਤੋਂ ਪੈਸਾ ਕੱਢ ਕੇ ਪੰਜਾਬ ਤੇ ਲਾਵਾਂਗੇ। ਜਿਹੜੇ ਇਹਨਾਂ ਦੇ ਵਿਜੇ ਸਿੰਗਲਾ ਸਾਹਿਬ ਇਹਨਾਂ ਨੇ ਆਪ ਹੀ ਕੇਸ ਕੀਤਾ ਉਹਨਾਂ ਤੇ, ਅਮਿਤ ਰਤਨ ਜੀ, ਹੋਰ ਲੀਡਰ ਇਹਨਾਂ ਦੇ ਜਿਨ੍ਹਾਂ ਦੇ ਕੇਸ ਹੋਏ ਹੈ, ਉਹ ਪੈਸਾ ਕੱਢ ਕੇ ਹੁਣ ਪੰਜਾਬ ਦੇ ਵੈਲਫੇਅਰ ਤੇ ਲਾਓ, ਰੂਰਲ ਡਿਵੈਲਪਮੈਂਟ ਤੇ ਆਮ ਆਦਮੀ ਪਾਰਟੀ ਲਾਵੇ। ਚੌਥੀ ਗੱਲ ਬਾਤ ਸੀ ਕਿ ਆਮ ਆਦਮੀ ਪਾਰਟੀ ਨੂੰ ਮੈਂ ਜਿਹੜਾ ਸਵਾਲ ਪੁੱਛਿਆ ਸੀ ਕੋਈ ਜਵਾਬ ਤਾਂ ਦਿੱਤਾ ਨਹੀਂ, ਲੇਕਿਨ ਮੈਂ ਤੁਹਾਨੂੰ ਦੱਸਦਾ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਇਜ਼ ਵੈਰੀ ਸਮਾਰਟ। ਉਹ ਦੇਖਦੇ ਆ ਕਿ ਆਮ ਆਦਮੀ ਪਾਰਟੀ ਦੇ
ਖੋਖਲੇ ਦਾਅਵੇ ਤੇ ਇਹ ਕਹਿ ਦੇਣਾ ਕਿ ਅਸੀਂ ਮੀਟਿੰਗ ਨਹੀਂ ਜੀ ਅਟੈਂਡ ਕਰਾਂਗੇ, ਜਿਵੇਂ ਇਹਨਾਂ ਨੇ ਸਾਨੂੰ ਵੀ ਦੇਣ ਦੀ ਕੋਸ਼ਿਸ਼ ਕੀਤੀ ਸੀ ਅਲਟੀਮੇਟਮ। ਇਹ ਖੋਖਲੇ ਦਾਅਵੇ ਹੈ। ਬੀਜੇਪੀ ਨੂੰ ਇਹ ਤੋਂ ਡਰ ਨਹੀਂ ਲੱਗਦਾ। ਤਾਂ ਮੈਂ ਆਮ ਆਦਮੀ ਪਾਰਟੀ ਤੋਂ ਸਵਾਲ ਪੁੱਛਿਆ ਕਿ ਜੇ ਇਹਦੇ ਕਰਕੇ ਕੁਝ ਵੀ ਨਾ ਬਣਿਆ, ਨਾ ਆਰਡੀਐਫ ਮਿਲਿਆ, ਨਾ ਦਿੱਲੀ ਦੀ ਆਰਡੀਨੈਂਸ ਵਾਪਸ ਹੋਈ, ਤਾਂ ਫਿਰ ਕੋਰਸ ਆਫ ਐਕਸ਼ਨ ਕੀ ਹੈ? ਆਰਡੀਐਫ ਦਾ ਕਿੰਨਾ ਕੀ ਹੈ ਉਹਦਾ ਕੋਈ ਜਵਾਬ? ਤੁਸੀਂ ਕਹਿ ਰਹੇ ਹੋ ਕਿ ਲੀਗਲੀ ਤੌਰ ਦੇ ਉੱਤੇ ਆਰਡੀਐਫ ਦੇ ਪੈਸੇ ਦੇ ਲਈ ਚੈਲੰਜ ਕਰੋ। ਮੈਂ ਬਸ 2 ਪੁਆਇੰਟ ਬੋਲ ਰਿਹਾ ਬਸ। 2024 ਦੀ ਗੱਲ ਹੈ, ਤੁਸੀਂ ਕਿਹਾ 2024 ਦੀ ਨੀਤੀ ਕੀ ਆਮ ਆਦਮੀ ਪਾਰਟੀ ਦੀ? ਗੌਰਵ ਜੀ 2024 ਦੀ ਉਹੀ ਨੀਤੀ ਹੈ ਜੋ ਆਮ ਆਦਮੀ ਪਾਰਟੀ ਦੀ ਪਹਿਲਾਂ ਸੀਗੀ। ਇਤਿਹਾਸ ਦੁਹਰਾਊਗਾ, ਇੱਕ ਐਮਪੀ ਨਾਲ ਇਹ ਸਰਕਾਰਾਂ ਨਹੀਂ ਬਣਾ ਸਕਦੇ। ਇਹਨਾਂ ਕੋਲੇ ਨਾ ਤਾਂ ਵਰਕ ਬੇਸ ਹੈ, ਨਾ ਕਾਡਰ ਹੈ ਇਹਨਾਂ ਕੋਲ ਨੈਸ਼ਨਲ, ਨਾ ਇਹਨਾਂ ਕੋਲੇ ਆਰਗੇਨਾਈਜੇਸ਼ਨ ਹੈ, ਨਾ ਇਹਨਾਂ ਕੋਲ ਰਾਜ ਸਭਾ ਜ਼ਿਆਦਾ ਐਮਪੀਜ਼ ਹੈ, ਨਾ ਲੋਕ ਸਭਾ ਜ਼ਿਆਦਾ ਐਮਪੀਜ਼ ਹੈ, ਨਾ ਐਮਐਲਸੀਜ਼ ਹੈ, ਸਟੇਟਸ ਵੀ ਬਹੁਤ ਥੋੜੀਆਂ ਹੈ। ਸੋ ਆਮ ਆਦਮੀ ਪਾਰਟੀ ਜਿਹਨੂੰ ਸੋਚ ਰਹੀ ਹੈ ਕਿ ਸਾਡਾ ਬਹੁਤ ਵੱਡਾ ਕੋਈ ਪਲਾਨ ਹੈ 2024 ਲਈ, ਅਸੀਂ ਆਪੋਜੀਸ਼ਨ ਇਕੱਠੀ ਕਰ ਲਾਂਗੇ, ਰੋਂਗ ਅਬਾਊਟ। ਲਾਸਟ ਪੁਆਇੰਟ ਮੇਰਾ, ਕਿਤੇ ਵੀ ਨੇ ਇੱਥੇ ਗੱਲ ਕਹੀ ਕਿ ਆਮ ਆਦਮੀ ਪਾਰਟੀ ਮਿਸਮੈਨੇਜਮੈਂਟ ਕਰ ਰਹੀ ਹੈ ਆਰਡੀਐਫ ਫੰਡ ਦੀ। ਭਾਰਤੀ ਜਨਤਾ ਪਾਰਟੀ ਕਾਹਦੀ ਉਡੀਕ ਕਰ ਰਹੀ ਹੈ? ਕੈਗ ਦੀ ਇਨਕੁਆਇਰੀ ਆਰਡਰ ਕਰਵਾਓ। ਵੈਸੇ ਤਾਂ ਤੁਸੀਂ 1 ਸੈਕਿੰਡ ਲਾਉਣੇ ਹੋ। ਤੇ ਸੰਘੇੜਾ ਸਾਹਿਬ ਨੇ ਗੱਲ ਕਹੀ ਸੀ ਵੀ ਬੀਜੇਪੀ ਦੇ ਬੁਲਾਰੇ ਲੱਗ ਰਹੇ ਹੈ। ਆਮ ਆਦਮੀ ਪਾਰਟੀ ਦਾ ਬੁਲਾਰਾ ਹੋਣ ਦੇ ਬਾਵਜੂਦ ਡਿਬੇਟ ਦੇ ਵਿੱਚ ਆਮ ਆਦਮੀ ਪਾਰਟੀ ਡਿਫੈਂਡ ਨਹੀਂ ਆਪਦੇ ਆਪ ਨੂੰ ਕਰ ਪਾ ਰਹੀ। ਉਹਦੇ ਬਾਵਜੂਦ ਨੈਗਲੀਜੇਬਲ ਰਿਪਰੈਜ਼ੈਂਟੇਸ਼ਨ ਹੈ, ਨੈਗਲੀਜੇਬਲ ਡਿਫੈਂਸ ਹੋ ਰਿਹਾ ਹੈ। ਠੀਕ ਹੈ, ਔਨ ਨਾਓ ਇੱਕੋ ਹਰ ਗਈ ਹੈ। ਚਲੋ ਆਪਾਂ ਆਪਣੀ ਗੱਲ ਰੱਖ ਰਹੇ ਨੇ ਸਾਰੇ। ਸੰਘੇੜਾ ਸਾਹਿਬ ਵੇਟ ਕਰੇ, ਥੋੜੀ ਇਕੱਠੇ ਜਵਾਬ ਦੇ ਦਿਓ, ਪਰ ਪਹਿਲਾਂ ਮੈਂ ਭੁੱਲਰ ਸਾਹਿਬ ਦਾ ਰੁਖ ਕਰਦਾ। ਭੁੱਲਰ ਸਾਹਿਬ, ਇਹ 24 ਦੀ ਤਿਆਰੀ ਵੀ ਲੱਗ ਰਹੀ ਹੈ ਕਿਸੇ ਐਂਗਲ ਤੋਂ ਅਕਾਲੀ ਦਲ ਨੂੰ, ਆਮ ਆਦਮੀ ਪਾਰਟੀ ਦੇ ਵੱਲੋਂ, ਕਿ ਵਿਰੋਧੀਆਂ ਨੂੰ ਇਕੱਠੀ ਕਰਨ ਦੀ? ਦੇਖੋ ਗੱਲ ਇਸ ਤਰ੍ਹਾਂ ਹੈਗੀ ਆ, ਇਹ ਤੇ ਅੱਜ ਵੀ ਆਪਣੇ ਆਪ ਨੂੰ ਫੀਲ ਇਹੀ ਕਰਦੇ ਇਸ ਤਰ੍ਹਾਂ ਆਪਰੇਸ਼ਨ 'ਚ ਬੈਠੇ ਹੁੰਦੇ ਆ। ਤੁਸੀਂ ਇਹ ਦੇਖੋ, ਜੋ ਅਸੀਂ ਅੱਜ ਗੱਲ ਕਰ ਰਹੇ ਹਾਂ ਉਹ ਪੰਜਾਬ ਦੀ ਜਨਤਾ ਦੀ ਗੱਲ ਕਰ ਰਹੇ ਹਾਂ, ਔਰ ਇਹ ਤੇ ਇਸ ਲੈਵਲ ਤੇ ਡਿੱਗੇ ਨੇ ਥੱਲੇ। ਇਹਨਾਂ ਦੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਵੀ ਹੁਣ ਧਰਨੇ ਵੀ ਜਿਹੜੇ ਨੇ ਉਹ ਲੋਕ ਆਪਣੀ ਮਰਜ਼ੀਆਂ ਨਾਲ ਆਪਣੇ ਟਾਈਮ ਫਿਕਸ ਕਰਕੇ ਆਪਣਾ ਸਿਸਟਮ ਠੀਕ ਕਰਕੇ ਤਾਂ ਲਾਉਂਦੇ ਨੇ। ਧਰਨਿਆਂ 'ਚ ਨਿਕਲੀ ਹੋਈ ਪਾਰਟੀ ਨੂੰ ਅੱਜ ਧਰਨੇ ਵੀ ਲੋਕਾਂ ਦੇ ਦੁਖਣ ਲੱਗ ਗਏ ਆ। ਇਹ ਹਾਲਾਤ ਨੇ ਇਹਨਾਂ ਦੇ, ਔਰ ਆਪ ਵਿਰੋਧ ਕਰ ਲੈਣ, ਆਪ ਸਭ ਕੁਝ ਕਰ ਲੈਣ, ਲੇਕਿਨ ਅੱਜ ਜਨਤਾ ਦੀ ਆਵਾਜ਼ ਜਿਹੜੀ ਹੈ, ਥਾਂ ਥਾਂ ਧਰਨੇ ਲੱਗੇ ਹੋਏ ਨੇ ਪੰਜਾਬ ਦੇ ਵਿੱਚ। ਮੈਂ ਫਿਰ ਉਹੀ ਗੱਲ ਕਹੂੰਗਾ, ਇਹ ਬੜੀ ਚੁੱਭਦੀ ਹੈ ਆਪਣੇ ਸੰਘੇੜਾ ਸਾਹਿਬ ਨੂੰ ਕਿ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀ ਚਾਕਰੀ ਤੇ ਲੱਗੇ ਹੋਏ ਨੇ। ਪੰਜਾਬ ਦਾ ਹੈਲੀਕਾਪਟਰ, ਪੰਜਾਬ ਦਾ ਪੈਸਾ, ਪੰਜਾਬ ਦੇ ਸਿਕਿਉਰਿਟੀ, ਪੰਜਾਬ ਦੇ ਹੋਟਲ, ਉਹ ਸਾਰਾ ਕੁਝ ਪੰਜਾਬ ਦਾ ਪੈਸਾ ਜਾ ਰਿਹਾ, ਲੋਕਾਂ ਦੀ ਜੇਬਾਂ 'ਚ ਪੈਸਾ ਜਾ ਰਿਹਾ, ਜਿਹਦੇ ਵਿੱਚ ਕੇਜਰੀਵਾਲ ਨੂੰ ਸਿਰਫ ਘੁਮਾਉਣ ਦੇ ਉੱਤੇ ਖਰਚਾ ਹੋ ਰਿਹਾ। ਔਰ ਤੁਸੀਂ ਇੱਕ ਟਾਈਮ ਕੱਢ ਕੇ ਉੱਥੇ ਨਹੀਂ ਜਾ ਸਕਦੇ। ਇਹ ਗੱਲ ਹੈ ਕਿ ਵੇਲ ਮਿਲੂਗਾ ਕੇਜਰੀਵਾਲ ਤੋਂ ਤਾਂ ਹੀ ਪੰਜਾਬ ਦੀ ਗੱਲ ਕੀਤੀ ਜਾਊਗੀ। ਜ਼ਿਕਰ ਕਰ ਰਹੇ ਸੀ ਤੁਸੀਂ, ਉਸ ਦੇ ਉੱਪਰ ਰਿਐਕਟ ਕਰ ਦਿਓ। ਬੇਸਿਕਲੀ ਉਹ ਕਹਿ ਰਹੇ ਨੇ ਕਿ ਨੈਸ਼ਨਲ ਇਸ਼ੂ ਹੈ। ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੰਨੀਆਂ ਮੈਂ ਹੁਣ ਤੱਕ ਪ੍ਰੈਸ ਕਾਨਫਰੰਸਿਸ ਵੱਖ-ਵੱਖ ਥਾਵਾਂ ਦੇ ਉੱਤੇ ਹੋਈਆਂ, ਕਿਹੜਾ ਨੈਸ਼ਨਲ ਇਸ਼ੂ ਹੈ ਦੱਸੋ ਜੀ? ਕਿ ਆਰਡੀਨੈਂਸ ਵਾਲੀ ਗੱਲ ਅੱਜ ਦਿੱਲੀ ਦੇ ਸਾਹਮਣੇ ਹੈ। ਇਹ ਆਰਡੀਨੈਂਸ ਵਾਲੀ ਗੱਲ ਦੇਖੋ, ਇਹਨਾਂ ਦੇ ਢਿੱਡ 'ਚ ਪੀੜ ਕੋਈ ਨਾ ਕੋਈ ਰਹਿਣੀ ਹੈ। ਗੌਰਵ ਜੀ ਇਹਨਾਂ ਦੇ ਢਿੱਡ 'ਚ ਪੀੜ ਕੋਈ ਨਾ ਕੋਈ ਰਹਿਣੀ ਹੈ, ਕਿਉਂਕਿ ਇਹਨਾਂ ਦੀ ਆਦਤ ਬਣ ਚੁੱਕੀ ਹੈ। ਕੇਜਰੀਵਾਲ ਜਿਹੜਾ ਹੈਗਾ ਬਹੁਤ ਹੀ ਐਰੋਗੈਂਟ ਬੰਦਾ ਹੈ। ਉਹਨੂੰ ਇਹ ਚੀਜ਼ ਸਮਝ ਹੀ ਨਹੀਂ ਹੈਗੀ ਕਿ ਪ੍ਰਧਾਨ ਮੰਤਰੀ ਕੀ ਹੁੰਦਾ ਹੈ, ਰਾਸ਼ਟਰਪਤੀ ਕੀ ਹੁੰਦਾ ਹੈ, ਜਾਂ ਸਰਕਾਰ ਕੇਂਦਰ ਸਰਕਾਰ ਕੀ ਹੁੰਦੀ ਹੈ। ਉਹਨੂੰ ਲੱਗਦਾ ਕਿ ਮੇਰੇ ਤੋਂ ਬੈਟਰ, ਮੇਰੇ ਤੋਂ ਪੜ੍ਹਿਆ ਲਿਖਿਆ, ਮੇਰੇ ਤੋਂ ਵਧੀਆ ਬੰਦਾ ਕੋਈ ਹੋਰ ਹੈ ਹੀ ਨਹੀਂ, ਮੇਰੇ ਤੋਂ ਸਿਆਣਾ ਕੋਈ। ਜਦੋਂ ਤੱਕ ਉਹਦੇ ਦਿਮਾਗ 'ਚੋਂ ਇਹ ਚੀਜ਼ ਨਹੀਂ ਨਿਕਲਦੀ, ਉਹ ਇੱਕ ਚੀਜ਼ ਐਕਸੈਪਟ ਨਹੀਂ ਕਰਦਾ ਵੀ ਕੇਂਦਰ ਸਰਕਾਰ ਵੀ ਹੁੰਦੀ ਹੈ, ਕੇਂਦਰ ਸਰਕਾਰ ਦਾ ਵੀ ਸਿਸਟਮ ਹੁੰਦਾ ਹੈ। ਉਹ ਗੱਲ ਹੈ ਜੀ, ਇਹਨਾਂ ਦੇ ਬੋਲਣਾ ਕੀ ਹੁੰਦਾ, ਇਹਨਾਂ ਨੂੰ ਤਾਂ ਲੱਗਣਾ ਹੀ ਹੈ ਕਿ ਬੀਜੇਪੀ ਦੀ ਬੋਲੀ ਬੋਲ ਰਹੇ ਆ। ਅਸੀਂ ਤੇ ਅੱਜ ਪੰਜਾਬ ਦੇ ਲੋਕਾਂ ਦਾ ਦੁੱਖ ਰੋ ਰਹੇ ਆ ਇੱਥੇ ਬਹਿ ਕੇ ਤੁਹਾਡੇ ਚੈਨਲ ਦੇ ਉੱਤੇ, ਲੇਕਿਨ ਇਹ ਸਵਾਦ ਲੈ ਰਹੇ ਨੇ। ਇਹਨਾਂ ਦੇ ਮੁੱਖ ਮੰਤਰੀ ਵਸਾ ਵੀ ਸਵਾਦ ਲੈ ਰਹੇ ਨੇ, ਉਹਨਾਂ ਦੇ ਹੈਲੀਕਾਪਟਰ ਥੱਲੇ ਉਤਰਦੇ ਹੀ ਨਹੀਂ ਹੁਣ। ਔਰ ਮੈਂ ਫੇਰ ਕਹਿ ਰਿਹਾ ਕਿ ਅੱਜ ਦੀ ਤਰੀਕ ਦੇ ਵਿੱਚ ਔਰ ਸਿਰਫ ਕੇਜਰੀਵਾਲ ਦੀ ਚਾਕਰੀ ਦੇ ਉੱਤੇ ਲੱਗੇ ਹੋਏ, ਇਸ ਤੋਂ ਵੱਧ ਕੁਝ ਨਹੀਂ ਕਰ ਰਹੇ। ਅਗਰ ਉਹ ਪੰਜਾਬ ਨੂੰ ਥੋੜਾ ਜਿਹਾ ਟਾਈਮ ਵੀ ਦੇ ਦੇਣ ਤੇ ਪੰਜਾਬ ਦੇ ਹਾਲਾਤ ਤੋਂ ਸੁਧਰ ਜਾਣ। ਜੀ ਸੰਘੇੜਾ ਸਾਹਿਬ, ਭੁੱਲਰ ਸਾਹਿਬ ਕਿੰਨੀ ਲੂਜ਼ ਟਾਕ ਕਰ ਰਹੇ ਆ। ਜਿਹੜੇ ਤੀਜੀ ਵਾਰ ਮੁੱਖ ਮੰਤਰੀ ਬਣ ਗਏ ਨੇ, ਸਫਲਤਾਪੂਰਵਕ ਸਰਕਾਰ ਚਲਾ ਰਹੇ ਨੇ, ਦੁਨੀਆ ਭਰ ਵਿੱਚ ਉਹਨਾਂ ਦਾ ਨਾਂ ਆ, ਔਰ ਉਹਨਾਂ ਦੀ ਨੁਕਤਾਚੀਨੀ ਕਿਹਨਾਂ ਦੇ ਬੁਲਾਰੇ ਕਰ ਰਿਹਾ, ਜਿਨ੍ਹਾਂ ਦੇ ਐਮਐਲਏ 2.5 ਰਹਿ ਗਏ ਪੰਜਾਬ ਦੇ ਵਿੱਚ। ਰੀਜਨਲ ਪਾਰਟੀ ਸੀਗੀ ਜਿਨ੍ਹਾਂ ਦੇ 2.5 ਐਮਐਲਏ ਰਹਿ ਗਏ। ਉਹ ਕਿੱਦਾਂ ਦੀ ਭਾਸ਼ਾ ਵਰਤ ਕੇ ਆਪਣੇ ਆਪ ਨੂੰ ਸਿਆਣੇ ਸਮਝਦੇ ਆ। ਸਿਆਣੇ ਹੈਗੇ ਆ ਤਾਂ ਹੀ ਤਾਂ ਤੁਸੀਂ ਭੁੱਲਰ ਸਾਹਿਬ ਸੀਨ ਤੋਂ ਪੂੰਝੇ ਗਏ ਹੋ। ਤਾਂ ਹੀ ਤਾਂ ਜਿਹੜਾ ਜੋ ਤੁਸੀਂ ਕੀਤਾ ਪੰਜਾਬ ਦੇ ਵਿੱਚ, ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਇਆ। ਤੁਸੀਂ ਜਲੰਧਰ ਕਿੱਥੇ ਰਹਿ ਗਏ? ਜ਼ਮਾਨਤ ਜ਼ਬਤ ਹੋ ਗਈ ਕਿ 10-12 ਵੋਟਾਂ ਤੇ ਬਚ ਗਏ? ਕੋਈ ਨਹੀਂ ਸੰਗਰੂਰ ਤੁਸੀਂ ਵੀ ਪਿੱਛੇ ਰਹਿ ਗਏ ਸੀਗੇ। ਸਮਾਂ ਆ ਜਾਣਾ, ਲੋਕਾਂ ਨੇ ਕਾਲੇ ਝੰਡੇ ਦਿਖਾਉਣੇ ਸ਼ੁਰੂ ਕਰਤੇ ਤੁਹਾਨੂੰ। ਲੋਕਾਂ ਨੇ ਭਜਾਉਣਾ ਸ਼ੁਰੂ ਕਰਤਾ ਤੁਹਾਨੂੰ ਪਿੰਡਾਂ ਚੋਂ। ਨੇਤਾ ਬਾਰੇ ਲੂਜ਼ ਟਾਕ ਕਰੋਗੇ, ਮੈਂ ਬੰਦਾ ਬਣਾ ਦੂੰ ਤੁਹਾਨੂੰ। ਮੈਨੂੰ ਵੀ ਬੋਲਣਾ ਆਉਂਦਾ ਆ। ਹਾਂ, ਤੀਜੀ ਵਾਰ ਮੁੱਖ ਮੰਤਰੀ ਬਣੇ ਨੇ। ਹਾਂ, ਆਪਣੀ ਲੈਂਗੁਏਜ ਤੇ ਕੰਟਰੋਲ ਕਰੋ ਸੰਘੇੜਾ ਸਾਹਿਬ, ਸਠਿਆ ਗਏ ਹੋ ਤੁਸੀਂ।
ਬੁਢਾਪਾ ਆ ਗਿਆ, ਸਠਿਆ ਗਏ ਹੋ। ਲੈਂਗੁਏਜ ਤੇ ਮੈਂ ਤੁਹਾਨੂੰ ਦੱਸਾਂ, ਹਾਂ ਆਪਣੀ ਲੈਂਗੁਏਜ ਤੇ ਕੰਟਰੋਲ ਕਰੋ, ਆਪਣੀ ਜ਼ੁਬਾਨ ਤੇ ਕੰਟਰੋਲ ਰੱਖੋ। ਹੋਇਆ ਕਰੂੰਗਾ, ਆਪਾਂ ਡੈਕੋਰਮ ਤਾਂ ਜ਼ਰੂਰ ਰੱਖੀਏ। ਨਾ ਤੁਹਾਡੇ ਸੀਐਮ ਦਾ ਕੰਟਰੋਲ ਹੈ, ਨਾ ਤੁਹਾਡਾ ਕੰਟਰੋਲ ਹੈ ਜ਼ੁਬਾਨ ਤੇ। ਮੈਂ ਉਹੀ ਕਹਿ ਰਿਹਾ ਕਿ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ, ਘੱਟੋ ਘੱਟ ਸ਼ਬਦਾਂ ਦਾ ਇਸਤੇਮਾਲ ਇਸ ਤਰੀਕੇ ਨਾਲ ਹੋਵੇ ਕਿ ਆਪਾਂ ਘਰ ਜੇ ਆਪਣੇ ਘਰ ਦੇ ਬੰਦਾ ਸਾਰੇ ਬਣਾ ਦਿੰਦੇ ਆ। ਆਪਣੀ ਜ਼ੁਬਾਨ ਤੇ ਪੁੱਲਰ ਜੀ ਥੋੜਾ ਜਿਹਾ ਵੇਟ ਕਰਿਓ, ਮੈਂ ਤੁਹਾਡੇ ਕੋਲ ਆਉਣਾ, ਨਾਲ ਦੀ ਨਾਲ ਰਿਐਕਸ਼ਨ ਲਵਾਂਗਾ, ਚਿੰਤਾ ਨਾ ਕਰੋ। ਸੰਘੇੜਾ ਸਾਹਿਬ ਨੂੰ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਇਹਨਾਂ ਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣ ਥੋੜਾ ਜਿਹਾ। ਮੁੱਦਿਆਂ ਦੀ ਗੱਲ ਕੀਤੀ ਹੈ ਨਾ, ਬੰਦਾ ਸਾਰੇ ਬਣਾਉਣੇ ਜਾਣਦੇ ਆ। ਕਰਨੀ ਹੈਲੀਕਾਪਟਰ ਤੋਂ ਨਹੀਂ ਉਤਰਦੇ, ਪੁਰਾਣੇ ਤੋਂ ਨਹੀਂ, ਗੱਲਾਂ ਥੋੜੀ ਆ। ਪੰਜਾਬ ਦੇ ਮੁੱਦਿਆਂ ਤੇ ਗੱਲ ਕਰ, ਇਹ ਮੁੱਦਿਆਂ ਨੂੰ ਨਹੀਂ ਰੀਡਰੈਸ ਕਰ ਸਕੇ ਪੰਜਾਬ ਦੇ, ਉਹਨੂੰ ਇੰਨਾ ਕਰਜ਼ਾ ਚੜਾ ਗਏ ਆ, ਇੰਨਾ ਸਾਰਾ ਕੁਝ ਕਰ ਗਿਆ, ਜਿੱਦਾਂ ਸਰੀਨ ਸਾਹਿਬ ਵੀ ਕਹਿੰਦੇ ਸੀਗੇ ਕਿ ਇਹਨਾਂ ਨੇ 45,000 ਕਰੋੜ ਰੁਪਇਆ ਕਿੰਨਾ ਚੜਾਉਂਦਾ ਇੱਕ ਸਾਲ ਦੇ ਵਿੱਚ। ਦੇਖੋ ਬੈਲੈਂਸ ਸ਼ੀਟ ਬਣਦੀ ਆ ਹਰ ਇੱਕ ਸਰਕਾਰ ਦੀ, ਦੇਣਦਾਰੀਆਂ ਤੇ ਲੈਣਦਾਰੀਆਂ ਸਾਰਾ ਕੁਝ ਬੈਲੈਂਸ ਸ਼ੀਟ ਬਣਦੀ ਆ। ਕਰਜ਼ੇ ਵੀ ਉਤਾਰਨੇ ਆ, ਉਹਦਾ ਵਿਆਜ ਵੀ ਦੇਣਾ, ਇਨਕਮ ਵੀ ਆ ਰਹੀ ਆ, ਉਹਦੇ ਨਾਲ ਲੋਕਾਂ ਦਾ ਫਾਇਦਾ ਵੀ ਕਰ ਰਹੇ ਆ, ਕਿੰਨੀਆਂ ਮੰਗਾਂ ਪੂਰੀਆਂ ਕਰਦੇ ਆ, ਰੈਗੂਲਰ ਨੌਕਰੀਆਂ ਦੇ। ਸੰਘੇੜਾ ਸਾਹਿਬ ਥੋੜੀ ਵੇਟ ਕਰੋ, ਮੈਂ ਇੱਕ ਵਾਰੀ ਪੁੱਲਰ ਜੀ ਦਾ ਰਿਐਕਸ਼ਨ ਲੈ ਲਵਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਬੁਲਾਉਣਾ। ਪ੍ਰੋਜੈਕਟਾਂ ਦੇ 5 ਬਟਨ ਨੱਪਦੇ ਆ ਰੋਜ਼। ਠੀਕ ਹੈ ਸੰਘੇੜਾ ਜੀ, ਪਲੀਜ਼ 20 ਸੈਕਿੰਡ ਵੇਟ ਕਰੋ, ਇੱਕ ਵਾਰੀ ਪੁੱਲਰ ਜੀ ਦਾ ਰਿਐਕਸ਼ਨ ਲੈ ਲਵਾਂ, ਕਿਉਂਕਿ ਸਰੀਨ ਸਾਹਿਬ ਔਰ ਖੜਿਆਲ ਜੀ ਨੇ ਵੀ ਸਵਾਲ ਪੁੱਛੇ ਸੀ, ਉਸ ਦਾ ਵੀ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ। ਪੁੱਲਰ ਜੀ। ਗੌਰਵ ਜੀ, ਗੱਲ ਇਹ ਹੈ ਕਿ ਸਚਾਈ ਜਿਹੜੀ ਹੈ ਨਾ ਉਹ ਚੁੱਭਦੀ ਹੈ, ਔਰ ਜਦੋਂ ਚੁੱਭਦੀ ਹੈ ਤੇ ਮਿਰਚਾਂ ਬੜੀਆਂ ਲੜਦੀਆਂ ਨਾ ਸਾਰਿਆਂ ਨੂੰ। ਪਹਿਲੀ ਗੱਲ ਤਾਂ ਇਹਦੇ ਪ੍ਰਵਕਤਾ ਆਉਂਦੇ ਨਹੀਂ, ਜੇ ਆ ਜਾਣ ਤਾਂ ਸਚਾਈ ਦਾ ਸਾਹਮਣਾ ਕਰਨਾ ਇਹਨਾਂ ਨੂੰ ਬੜਾ ਔਖਾ ਹੋ ਜਾਂਦਾ ਹੈ। ਜਿਹੜੇ ਨੇਤਾ ਆਪਣੀ ਕਸ਼ਟ ਫਾਈਲਾਂ ਲੈ ਕੇ ਸ਼ੀਲਾ ਦੀਕਸ਼ਿਤ, ਫਲਾਣਾ ਟਮਕਾਣਾ, ਮਜੀਠੀਆ ਸਾਹਿਬ ਸਭ ਤੋਂ ਐਲੀਗੇਸ਼ਨ ਲਾਉਂਦੇ ਫਿਰਦੇ ਸੀ, ਫਿਰ ਤੁੱਕ ਕੇ ਚੱਟ ਗਏ, ਇਹ ਕੀ ਅਗੜੀਆਂ ਗੱਲਾਂ ਕਰਦੇ ਨੇ? ਇਹ ਕਿੱਥੋਂ ਦੇ ਲੀਡਰ ਨੇ ਜੀ? ਇਹਨਾਂ ਦੇ ਆਪਣੇ ਜਿਹੜੇ ਲੀਡਰ ਨੇ, ਕੋਈ ਇੱਥੇ ਬੰਦਿਆਂ ਨਾਲ ਗਲਤ ਕੰਮ ਕਰਦਾ ਫੜਿਆ ਜਾ ਰਿਹਾ, ਕੋਈ ਕੁੜੀਆਂ ਨਾਲ ਗਲਤ ਕੰਮ ਕਰਦਾ ਫੜਿਆ ਜਾ ਰਿਹਾ, ਕਿਸੇ ਦੇ ਉੱਤੇ ਕਰਪਸ਼ਨ ਦੇ ਚਾਰਜ ਲੱਗ ਰਹੇ ਨੇ, ਕਿਸੇ ਦੇ ਉੱਤੇ ਕੋਈ ਚਾਰਜ ਲੱਗ ਰਹੇ ਨੇ। ਇਹਨਾਂ ਨੇ ਤੇ ਬੇੜਾ ਗਰਕ ਕਰਤਾ ਪੰਜਾਬ ਦਾ। ਇਹੋ ਜਿਹੇ ਲੋਕ ਨੇ। ਠੀਕ ਹੈ, ਚਲੋ ਕੋਈ ਬਦਵੈਲੀ ਕਰ ਰਿਹਾ, ਬਿਲਕੁਲ ਆਖਰੀ ਫੇਜ਼ ਦੇ ਵਿੱਚ ਆਪਾਂ ਇਸ ਡਿਬੇਟ ਦੇ ਹੈਗੇ ਆ, ਪਰ ਸਭ ਦਾ ਰਿਐਕਸ਼ਨ ਇੱਕ ਸੰਘੇੜਾ ਜੀ ਮੈਂ ਉਹੀ ਕਹਿ ਰਿਹਾ, ਪੋਲੀਟੀਕਲ ਤੌਰ ਦੇ ਉੱਤੇ ਟਿੱਪਣੀਆਂ ਹੁੰਦੀਆਂ ਰਹਿਣਗੀਆਂ, ਪਰ ਜਿਹੜੇ ਲੋਕ ਘਰ ਬੈਠ ਕੇ ਸੁਣ ਰਹੇ ਨੇ ਉਹ ਤਾਂ ਗੱਲ ਸਹੀ ਤਰੀਕੇ ਨਾਲ ਪਹੁੰਚੇ, ਜਿਨ੍ਹਾਂ ਨੂੰ ਪੰਜਾਬ ਦੀ ਟੈਨਸ਼ਨ ਹੈ ਨਾ ਸਰ, ਉਹ ਤਾਂ ਗੱਲ ਪਹੁੰਚੇ। ਸਰੀਨ ਸਾਹਿਬ ਕੀ ਹੁੰਦਾ ਹੈ ਪੰਜਾਬ, ਮੇਰਾ ਛੋਟਾ ਜਿਹਾ ਸਵਾਲ ਹੈ, ਦੇਖੋ ਪੋਲੀਟੀਕਲ ਟਿੱਪਣੀਆਂ ਚੱਲਦੀਆਂ ਰਹਿਣਗੀਆਂ, ਪਰ ਪੁਆਇੰਟ ਇਹ ਹੈ ਕਿ ਜੇ ਆਰਡੀਐਫ ਦਾ ਪੈਸਾ ਅਮੈਂਡਮੈਂਟ ਜਾਂ ਜੋ ਕੇਂਦਰ ਕਹਿ ਰਿਹਾ ਸੀ ਉਹ ਸਭ ਕੁਝ ਕਰਨ ਤੋਂ ਬਾਅਦ ਵੀ ਨਹੀਂ ਆ ਰਿਹਾ, ਜੋ ਖੜਿਆਲ ਜੀ ਜ਼ਿਕਰ ਕਰ ਰਹੇ ਸੀ, ਤਾਂ ਸਾਡੇ ਕੋਲ ਆਪਸ਼ਨ ਕੀ ਬਚਦੀ ਹੈ ਬਾਕੀ? ਕੋਰਟ? ਜੇ ਕੋਰਟ ਵਾਲੀ ਆਪਸ਼ਨ ਹੈ ਤਾਂ ਫਿਰ ਦੇਰ ਕਿਸ ਗੱਲ ਦੀ ਹੈ? ਅਸੀਂ ਕਰ ਰਹੇ ਹਾਂ ਉਹ ਵੀ ਗੌਰਵ ਜੀ, ਕੋਰਟ ਲਈ ਵੀ ਕੇਸ ਤਿਆਰ ਹੋ ਰਿਹਾ ਆ। ਇਹ ਕੋਈ ਤੁਸੀਂ ਇੱਕ ਐਪਲੀਕੇਸ਼ਨ ਲਿਖ ਕੇ ਥੋੜੀ ਸਬਮਿਟ ਕਰ ਦੇਣੀ ਹੁੰਦੀ ਆ। ਪਹਿਲਾਂ ਹੀ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ, ਨਾਲ ਹੀ ਸਾਡੇ ਸਾਹਮਣੇ ਪਿਆ ਵੀ ਆ ਪੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ, ਜਿੱਤਣ ਤੋਂ ਬਾਅਦ ਆਰਡੀਨੈਂਸ ਹੋ ਜਾਂਦੇ ਆ, ਉਹਦਾ ਵੀ ਅਸੀਂ ਵਿਰੋਧ ਕਰ ਰਹੇ ਆ। ਹੁਣ ਇਸੇ ਹੀ ਗੱਲ ਚੋਂ ਨਿਕਲ ਗਿਆ ਨਾ ਕਿ ਸਾਰੇ ਇਸ਼ੂ ਰੀਡਰੈਸ ਕਰਨੇ ਪੈਣੇ ਆ। ਇਹ ਬਿਲਕੁਲ ਹੀ ਕੇਂਦਰ ਸਰਕਾਰ ਜਿਹੜੀ ਹੈ ਇਹ ਗਲਾ ਘੁੱਟ ਰਹੀ ਆ ਆਮ ਆਦਮੀ ਪਾਰਟੀ ਦਾ, ਸਾਡੇ ਲੀਡਰਾਂ ਦਾ, ਜਿੱਦਾਂ ਇਹਨਾਂ ਦੀ ਭਾਸ਼ਾ ਬਾਕੀ ਬੁਲਾਰਿਆਂ ਦੀ ਆ। तो ਅਸੀਂ ਜਾਵਾਂਗੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਔਰ ਜਿੱਤਾਂਗੇ। ਮੈਂ ਜਿੱਦਾਂ ਅੰਕੜੇ ਪੇਸ਼ ਕੀਤੇ ਆ ਕਿ ਸਾਡਾ ਹੀ ਪੈਸਾ ਆ, ਇਹ ਇਹਨਾਂ ਨੇ ਉਧਾਰ ਕਰ ਲਿਆ ਬਾਅਦ ਚ। ਇਹ ਹਮੇਸ਼ਾ ਹੀ ਬੀਜੇਪੀ ਦੇ ਬੁਲਾਰੇ ਵੀ ਰੋਕਿਆ ਵਰਤਦੇ ਆ, ਇਹ ਗ੍ਰਾਂਟ ਨਹੀਂ ਹੈਗੀ, ਮੈਂ ਫਿਰ ਦੁਬਾਰਾ ਕਹਿ ਰਿਹਾ ਹਾਂ। ਤੋ ਇਹਨਾਂ ਇਸ਼ੂਜ਼ ਵੱਲ ਦੂਜੇ ਕੋਈ ਬੋਲਣਾ ਨਹੀਂ ਚਾਹੁੰਦੇ, ਆਪਣੀ ਭੜਾਸ ਕੱਢ ਰਹੇ ਆ, ਛੱਡ ਰਹੇ ਆ ਭਗਵੰਤ ਮਾਨ ਸਾਹਿਬ ਦੀ ਸਫਲਤਾ ਤੋਂ, ਜਿੱਦਾਂ ਉਹ ਲੋਕਾਂ ਨੂੰ ਸਹੂਲਤਾਂ ਦੇ ਰਹੇ ਆ। ਇਹਨਾਂ ਨੂੰ ਡਰ ਲੱਗਦਾ ਆ ਕਿ ਜਿੱਦਾਂ ਦਿੱਲੀ ਵਿੱਚ ਮੁੱਖ ਮੰਤਰੀ ਬਣ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ, ਬਾਰ-ਬਾਰ ਭਗਵੰਤ ਮਾਨ ਸਾਹਿਬ ਨੇ ਵੀ ਇਦਾਂ ਹੀ ਬਣਨਾ। ਠੀਕ ਹੈ, ਚਲੋ ਆਪਾਂ ਰਿਐਕਸ਼ਨ ਲੈ ਲਈ। ਹੁਣ ਮੈਂ ਇਸੇ ਪੁਆਇੰਟ ਤੇ ਆ, ਖੜਿਆਲ ਸਾਹਿਬ ਵੇਟ ਕਰਿਓ। ਸਰੀਨ ਜੀ ਸਾਹਿਬ ਰੈਗੂਲਰਲੀ ਲੋਕਾਂ ਦੇ ਦਿਲਾਂ 'ਚ ਵੱਸ ਰਹੇ ਨੇ। ਠੀਕ ਹੈ ਸਰੀਨ ਸਾਹਿਬ, ਨੇ ਬਹੁਤ ਦੁਖੀ ਨੇ ਵਿਚਾਰੇ, ਮੈਨੂੰ ਤਰਸ ਆਉਂਦਾ ਇਹਨਾਂ ਤੇ। ਠੀਕ ਹੈ ਸਰੀਨ ਸਾਹਿਬ, ਪੁਆਇੰਟ ਇਹ ਹੈ ਕਿ ਜੇਕਰ ਪੰਜਾਬ ਦਾ ਪੈਸਾ ਹੈ ਜੋ ਸੰਘੇੜਾ ਸਾਹਿਬ ਜ਼ਿਕਰ ਕਰ ਰਹੇ ਨੇ, ਰੋਕਿਆ ਕਿਉਂ ਗਿਆ? ਔਰ ਦੇਖੋ ਆਰਡੀਐਫ ਦਾ ਪੂਰਾ ਮੁੱਦਾ ਔਰ ਨੀਤੀ ਆਯੋਗ ਤੋਂ ਵੀ ਕਿਨਾਰਾ ਕਰਨਾ ਪਿਆ। ਮੈਂ ਇਹ ਪੂਰੀ ਕਨਕਲੂਜਨ ਵਾਲੇ ਪਾਸੇ ਆਪਾਂ ਕਨਕਲੂਡ ਕਰਨੀ ਹੈ ਡਿਬੇਟ। ਇਹ ਦੱਸੋ ਕਿ ਆਖਿਰ ਭਾਰਤ ਦਾ ਹਿੱਸਾ ਹੈ ਪੰਜਾਬ, ਕਿ ਜੇ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਿਆ ਗਿਆ, ਕਿਸ ਨੂੰ ਪ੍ਰੋਬਲਮ ਹੋਈ? ਸਰਕਾਰ ਨੂੰ? ਨਹੀਂ, ਲੋਕਾਂ ਨੂੰ, ਸਾਨੂੰ, ਤੁਹਾਨੂੰ, ਸਾਰਿਆਂ ਨੂੰ। ਗੌਰਵ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜਾ ਸਾਡਾ ਬਣਦਾ ਪੈਸਾ ਸਾਨੂੰ ਮਿਲਣਾ ਚਾਹੀਦਾ ਹੈ, ਲੇਕਿਨ ਹਰ ਇੱਕ ਜਿਹੜੀ ਕੇਂਦਰ ਵੱਲੋਂ ਜੋ ਵੀ ਪੈਸਾ ਆਉਂਦਾ ਹੈਗਾ ਉਹਦਾ ਇੱਕ ਸਿਸਟਮ ਹੈਗਾ ਉਹਨੂੰ ਯੂਟਿਲਾਈਜੇਸ਼ਨ ਦਾ। ਸਾਡੀ ਸਮੱਸਿਆ ਕੀ ਹੈ ਕਿ ਅਸੀਂ ਉਸ ਨੂੰ, ਮੈਂ ਤਾਂ ਹੁਣ ਰੀਸੈਂਟ ਐਗਜ਼ਾਮਪਲ ਦੇਤੀ ਕਿ 438 ਕਰੋੜ ਰੁਪਇਆ ਹੈਲਥ ਮਿਸ਼ਨ ਦੇ ਵਿੱਚ ਭੇਜਿਆ ਪ੍ਰਾਇਮਰੀ ਹੈਲਥ ਸੈਂਟਰ ਤੋਂ ਅਪਗ੍ਰੇਡ ਕਰਨ ਵਾਸਤੇ। ਇਹਨਾਂ ਨੇ ਕੀ ਕੀਤਾ? ਕੋਈ ਅਪਗ੍ਰੇਡ ਨਹੀਂ ਕੀਤਾ, ਰੰਗ ਰੋਗਨ ਲਾਏ, ਆਮ ਆਦਮੀ ਕਲੀਨਿਕ ਦੇ ਬੋਰਡ ਲਾਤੇ, 20 ਲੱਖ ਰੁਪਇਆ ਉਹ ਚ ਕਰ ਲਿਆ। ਕਿਆ ਇਹ ਚ ਭ੍ਰਿਸ਼ਟਾਚਾਰ ਨਹੀਂ ਹੋਇਆ? ਫਿਰ ਸਵਾਲ ਇੱਥੇ ਆਉਂਦਾ ਹੁਣ 1200 ਰੁਪਇਆ ਇਹ ਕਹਿੰਦੇ ਕੇਂਦਰ ਭੇਜਦਾ ਨਹੀਂ। 1200 ਰੁਪਇਆ 2 ਦਿਨ ਪਹਿਲਾਂ ਇਹਨਾਂ ਦੇ ਆਪ ਦੇ ਮੰਤਰੀ ਦਾ ਬਿਆਨ ਹੈ ਕਿ 1200 ਕਰੋੜ ਰੁਪਇਆ ਸਰਵ ਸਿੱਖਿਆ ਅਭਿਆਨ ਦੇ ਚ ਪੰਜਾਬ ਨੂੰ ਆ ਰਿਹਾ ਹੈ।
ਕੇਂਦਰ ਵੱਲੋਂ ਕਿਸੇ ਗ੍ਰਾਂਟ ਦੀ ਕੋਈ ਰੋਕ ਨਹੀਂ ਗਈ, ਪ੍ਰੋਪਰ ਸਿਰਫ ਯੂਟਿਲਾਈਜੇਸ਼ਨ ਦਾ ਪੰਗਾ ਹੈ। ਹੁਣ ਜੇ ਹੈਲਥ ਮਿਸ਼ਨ ਦਾ ਪੈਸਾ ਰੁਕਿਆ, ਇਹਨਾਂ ਦਾ ਅਗਲੀ ਕਿਸ਼ਤ ਰੁਕੀ ਹੈ, ਉਹ ਇਸੇ ਕਰਕੇ ਰੁਕੀ ਹੈ ਕਿ ਜਿਹੜਾ 438 ਕਰੋੜ ਭੇਜਿਆ ਸੀਗਾ ਉਹ ਤੁਸੀਂ ਯੂਟਿਲਾਈਜ਼ ਕਰਨਾ ਸੀਗਾ ਮਸ਼ੀਨਾਂ ਲਿਆਉਣ ਵਾਸਤੇ, ਮਰੀਜ਼ਾਂ ਦੇ ਇਲਾਜ ਦੀ ਅਪਗ੍ਰੇਡੇਸ਼ਨ ਵਾਸਤੇ। ਤੁਸੀਂ ਰੰਗ ਰੋਗਨ ਔਰ ਆਮ ਆਦਮੀ ਪਾਰਟੀ ਦੇ ਕਲੀਨਿਕ ਬੋਰਡ ਤੇ ਲਾ ਦਿੱਤਾ, ਤਾਂ ਆਬਜੈਕਸ਼ਨ ਤੇ ਆਏਗਾ ਨਾ, ਯੂਟਿਲਾਈਜੇਸ਼ਨ ਤਾਂ ਪ੍ਰੋਪਰ ਹੋਈ ਨਹੀਂ, ਫਿਰ ਆਬਜੈਕਸ਼ਨ ਆਏਗਾ। ਇਹੀ ਆਰਡੀਐਫ ਦਾ, ਇਹ ਕਹਿੰਦੇ ਆਰਡੀਐਫ ਦਾ ਅਸੀਂ ਹਿਸਾਬ ਦੇ ਦਿਆਂਗੇ। ਯਾਰ 2018-19 ਤੋਂ ਗੌਰਵ ਜੀ ਆਰਡੀਐਫ ਦਾ ਸਾਰਾ ਪੈਸਾ ਪਲੇਜ ਕੀਤਾ ਹੋਇਆ ਬੈਂਕ ਨੂੰ, ਉਹਦੀ ਕਿਸ਼ਤਾਂ ਜਾ ਰਹੀਆਂ ਨੇ, ਤਾਂ ਯੂਜ਼ ਕਿੱਥੋਂ ਹੋ ਗਿਆ? ਇਟਸ ਅ ਸਿੰਪਲ ਕੁਐਸਚਨ। ਉਹ ਬੈਂਕ 100% ਉਹਦਾ ਪੈਸਾ ਤੁਸੀਂ ਬੈਂਕ ਦੀ ਕਿਸ਼ਤ ਵਾਪਸ ਕਰ ਰਹੇ ਹੋ, ਤੇ ਤੁਸੀਂ ਕਿੱਥੋਂ ਉਹਦੇ ਕਿਸਾਨਾਂ ਦੇ ਵਾਸਤੇ ਯੂਜ਼ ਕਰ ਲਿਆ? ਤੁਸੀਂ ਕਿਸਾਨਾਂ ਤੋਂ ਕਰ ਰਹੇ ਹੋ। ਦੂਸਰੀ ਫਾਈਨਲ ਚੀਜ਼, ਇਹਨਾਂ ਨੀਤੀ ਤੁਸੀਂ ਕਾਂਗਰਸ ਨੂੰ ਕਲੀਨ ਚਿਟ ਦੇ ਰਹੇ ਹੋ ਨਾ ਸਰ, ਕਾਂਗਰਸ ਦੇ ਸਮੇਂ ਤਾਂ ਆਂਦਾ ਰਿਹਾ ਪੈਸਾ, ਇਸ ਦਾ ਮਤਲਬ ਇਹ ਵੀ ਹੋਇਆ? ਨਹੀਂ, ਉਸ ਤੋਂ ਪਹਿਲਾਂ ਤਾਂ ਰੁਕਿਆ ਹੋਇਆ। ਨਹੀਂ 18, ਮੈਂ ਉਹੀ ਕਹਿ ਰਿਹਾ ਨਾ, 18-19 ਤਾਂ ਫਿਰ ਕਾਂਗਰਸ ਦਾ ਟਾਈਮ ਸੀ, ਸੱਤਾ 'ਚ ਕਾਂਗਰਸ ਸੀ। ਮੈਂ ਦੱਸਦਾ ਤੁਹਾਨੂੰ, ਉਹ ਵੀ ਦੱਸ ਦਿੰਦਾ। ਦੂਜੀ ਚੀਜ਼ ਨੀਤੀ ਆਯੋਗ ਕਰ ਲਓ ਸਰ, ਸਮਾਂ ਬਹੁਤ ਘੱਟ ਹੈ ਮੇਰੇ ਕੋਲ। ਕੰਕਲੂਡ ਕਰ ਰਿਹਾ, ਆਮ ਜਸਟ ਕੰਕਲੂਡਿੰਗ। ਨੀਤੀ ਆਯੋਗ 'ਚ ਕਿਉਂ ਨਹੀਂ ਜਾ ਰਹੇ? ਜੀ ਇਹਨਾਂ ਦੀ ਨਲਾਇਕੀ ਹੈ। ਭਗਵੰਤ ਮਾਨ ਜੀ ਸੈਰ ਕਰਾਉਂਦੇ ਰਹਿ ਗਏ ਅਰਵਿੰਦ ਕੇਜਰੀਵਾਲ ਨੂੰ, ਪੰਜਾਬ ਦਾ ਕੇਸ ਹੀ ਨਹੀਂ ਤਿਆਰ ਕੀਤਾ ਇਹਨਾਂ ਨੇ। ਅਸਲ ਮੁੱਦਾ ਤੇ ਇਹ ਹੈ, ਦਿੱਲੀ ਦਾ ਤੇ ਬਹਾਨਾ ਲਾ ਰਹੇ ਨੇ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ। ਅਸਲ ਮੁੱਦਾ ਇਹ ਹੈ ਕਿ ਇਹਨਾਂ ਨੇ ਪੰਜਾਬ ਦਾ ਕੇਸ ਨੀਤੀ ਆਯੋਗ 'ਚ, ਚਲੋ ਮੈਂ ਫਾਈਨਲ ਰਿਐਕਸ਼ਨ ਲਵਾਂਗਾ ਖੜਿਆਲ ਸਾਹਿਬ, ਔਰ ਉਸ ਸ਼ਰਮਿੰਦਗੀ ਤੋਂ ਬਚਣ ਵਾਸਤੇ ਜਿਹੜਾ ਹੈ। ਠੀਕ ਹੈ, ਜਵਾਬ ਲਵਾਂਗਾ। ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਸਿਰਫ 20 ਸੈਕਿੰਡਸ ਦੇ ਪਾਉਂਗਾ ਸਰ। ਗੌਰਵ ਜੀ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦਾ ਇੱਥੇ ਤਰੱਕੀ ਗਲਤ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਕਿ ਬੀਜੇਪੀ ਨੇ ਗਲਤ ਕੀਤਾ ਹੈ ਤੇ ਅਸੀਂ ਵੀ ਗਲਤ ਕਰਾਂਗੇ, ਟੂ ਰੌਂਗਸ ਡੋਨਟ ਮੇਕ ਵਨ ਰਾਈਟ, ਇਹ ਸਮਝਣ ਦੀ ਲੋੜ ਹੈ। ਬੀਜੇਪੀ ਨੇ ਧੱਕਾ ਕੀਤਾ, ਦਿੱਲੀ ਆਰਡੀਨੈਂਸ ਲੈ ਕੇ ਆਏ, ਆਰਡੀਐਫ ਲਿਆਏ, ਆਰਡੀਐਫ ਰੋਕਤਾ ਸਾਡਾ। ਆਮ ਆਦਮੀ ਪਾਰਟੀ ਨੇ ਅਨਸੈਸਰਲੀ ਪੰਜਾਬ ਨੂੰ ਇਨਵੋਲਵ ਕਰ ਲਿਆ, ਉਹਦੇ ਕਰਕੇ ਗੌਰਵ ਜੀ ਇੱਕ ਚੀਜ਼ ਹੋਈ ਹੈ ਵੱਡੀ, ਜਿਹੜੀ ਦਿੱਲੀ ਦੇ ਨਾਲ ਆਈ ਸੀ ਉਹ ਸਾਡੀ ਤਾਂ ਬਣ ਗਈ, ਲੇਕਿਨ ਜਿਹੜੀ ਟਸਲ ਸੀਗੀ ਪੰਜਾਬ ਦੀ ਸਰਕਾਰ ਤੇ ਸੈਂਟਰ ਦੇ ਵਿੱਚ, ਉਹ ਵੀ ਵੱਡੀ ਹੋ ਗਈ ਇਸ ਚੀਜ਼ ਕਰਕੇ, ਕਿਉਂਕਿ ਪੰਜਾਬ ਅਨਨੈਸੈਸਰਲੀ ਇਨਵੋਲਵ ਹੋ ਗਿਆ। ਤੁਸੀਂ ਰਾਜ ਸਭਾ ਸਾਥ ਦੇ ਰਹੇ ਹੋ ਕਿ ਨਹੀਂ ਸਰ, ਇਹ ਦੱਸੋ। ਖਾਮਿਆਜ਼ਾ ਕੌਣ ਭੁਗਤੂ? ਦੇਖੋ ਆਮ ਆਦਮੀ ਪਾਰਟੀ ਇੰਟੈਂਸ਼ਨ ਸੀਰੀਅਸ ਲੈ ਕੇ ਆਵੇ, ਸਹੀ ਲੈ ਕੇ ਆਵੇ, ਰਾਜਨੀਤੀਕਰਨ ਨਾ ਕਰੇ ਇਸ਼ੂ ਦਾ, ਫਿਰ ਸੋਚਾਂਗੇ। ਜੇ ਰਾਜਨੀਤੀਕਰਨ ਕਰੋਗੇ ਤਾਂ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਹੁੰਦਾ ਹੈ ਇਤਿਹਾਸ ਦੁਹਰਾਊਗਾ। ਬਹੁਤ ਛੋਟਾ ਜਿਹਾ ਰਿਐਕਸ਼ਨ ਸਰ, ਮੈਂ ਲਾਸਟ ਪੁਆਇੰਟ ਗੌਰਵ ਜੀ, ਲਾਸਟ ਪੁਆਇੰਟ। ਆਮ ਆਦਮੀ ਪਾਰਟੀ ਇਹਦਾ ਦੱਸਦੇ ਕਹਿ ਰਹੇ ਸੰਘੇੜਾ ਸਾਹਿਬ ਵੀ ਤਿਆਰੀ ਕਰ ਰਹੇ ਹੈ। ਮੈਨੂੰ ਲੱਗਦਾ ਇਹ ਕਿਹੜਾ ਕੇਸ ਹੈ ਜਿਹਨੂੰ ਮਹੀਨੇ ਲੱਗ ਜਾਂਦੇ ਹੈ ਤੇ ਤਿਆਰੀ ਨਹੀਂ ਹੋ ਪਾਉਂਦੀ। ਗੌਰਵ ਜੀ ਟੈਨਸ਼ਨ ਹੁੰਦੀ ਤਾਂ ਹੁਣ ਤੱਕ ਦਾਇਰ ਹੋ ਜਾਂਦੀ ਪਟੀਸ਼ਨ। ਪੁਲਰ ਸਾਹਿਬ ਬਹੁਤ ਛੋਟਾ ਜਿਹਾ ਰਿਐਕਸ਼ਨ ਸਰ ਪਲੀਜ਼, 10 ਸੈਕਿੰਡ ਹੀ ਦੇ ਪਾਉਂਗਾ। ਰਾਜ ਸਭਾ ਦੇ ਵਿੱਚ ਚਲੋ ਤੁਹਾਡੇ ਕੋਲ ਇਸ ਸਮੇਂ ਕੋਈ ਮੈਂਬਰ ਨਹੀਂ ਹੈ, ਪਰ ਕੀ ਆਰਡੀਨੈਂਸ ਵਾਲੇ ਮੁੱਦੇ ਉੱਤੇ ਅਕਾਲੀ ਦਲ ਕਿਹੜੇ ਵਾਲੇ ਪਾਸੇ ਖੜਾ ਹੋਏਗਾ? ਦੇਖੋ ਉਹ ਮੌਕਾ ਦੱਸੇਗਾ ਕੀ ਕਰਨਾ ਹੈਗਾ ਉਸ ਟਾਈਮ, ਲੇਕਿਨ ਮੈਂ ਤੇ ਇੱਕ ਬੇਨਤੀ ਕਰੂੰਗਾ ਭਗਵੰਤ ਮਾਨ ਸਾਹਿਬ ਨੂੰ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ, ਪੰਜਾਬ ਵੱਲ ਥੋੜਾ ਜਿਹਾ ਧਿਆਨ ਦਿਓ। ਆ ਕੇਜਰੀਵਾਲ ਸਾਹਿਬ ਦਾ ਦਿੱਲੀ ਦੇ ਚੱਕਰ ਲਾਉਣੇ ਛੱਡੋ, ਤੁਸੀਂ ਜੇ ਦਿੱਲੀ ਚੱਕਰ ਲਾਉਣੇ ਹੈ ਤੇ ਦਿੱਲੀ ਦੀ ਸਰਕਾਰ ਨੂੰ ਜਾ ਕੇ ਉੱਥੋਂ ਦੀ ਕੁਝ ਲੈ ਕੇ ਆਓ ਪੰਜਾਬ ਵਾਸਤੇ। ਪੰਜਾਬ ਦਾ ਪੈਸਾ ਬਾਹਰ ਜਾ ਕੇ ਨਾ ਬਰਬਾਦ ਕਰੋ, ਲੋਕਾਂ ਦਾ ਪੈਸਾ ਜਿਹੜਾ ਬੜਾ ਔਖਾ ਕਮਾਇਆ ਹੋਇਆ ਉਹ ਟੈਕਸਾਂ ਦਾ ਪੈਸਾ ਜਾ ਕੇ ਕਰਨਾ ਹੋਏਗਾ। ਮੈਂ ਮਾਫੀ ਚਾਹੁੰਦਾ, ਵਿਚਾਲੇ ਰੋਕਦੇ ਹਾਂ। ਸੰਘੇੜਾ ਸਾਹਿਬ ਇੱਕ ਫਾਈਨਲ ਸਟੇਟਮੈਂਟ ਤੁਹਾਡੀ, ਨੀਤੀ ਆਯੋਗ ਦਾ ਬਾਈਕਾਟ ਤੇ ਇਸ ਵਿਚਾਲੇ ਆਰਡੀਨੈਂਸ ਦਾ ਵਿਰੋਧ, ਲੋਕ ਜਾਣਨਾ ਚਾਹੁੰਦੇ ਨੇ ਕਿ ਪੰਜਾਬ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ? ਇਹ ਪੰਜਾਬ ਦੇ ਹਿੱਤਾਂ ਲਈ ਕੰਮ ਹੋ ਰਿਹਾ ਸਾਰਾ। ਪੰਜਾਬ ਦੇ ਜਿੰਨੇ ਵੀ ਮੁੱਦੇ ਆ, ਜੋ ਬੀਜੇਪੀ ਧੱਕਾ ਕਰ ਰਹੀ ਆ, ਜੋ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਆ, ਉਹਨੂੰ ਪਹਿਲਾਂ ਹੀ ਕਾਫੀ ਹਾਈਲਾਈਟ ਕੀਤਾ ਆ। ਰੈਗੂਲਰਲੀ ਪੰਜਾਬ ਦੇ ਹਿੱਤਾਂ ਦੀ ਆਮ ਆਦਮੀ ਪਾਰਟੀ ਰੱਖਿਆ ਕਰ ਰਹੀ ਆ, ਦੂਸਰੀਆਂ ਪਾਰਟੀਆਂ ਕੇਵਲ ਤੇ ਕੇਵਲ ਸਿਆਸਤ ਕਰ ਰਹੀਆਂ, ਇਹਨਾਂ ਦੇ ਹੀ ਧੋਣੇ ਧੋ ਰਹੇ ਆ। 18-19 ਦਾ ਬਾਰ-ਬਾਰ ਕੋਈ ਰੰਗ ਲਿਆਏਗਾ ਤੁਹਾਨੂੰ ਲੱਗਦਾ ਹੈ? ਮੀਟਿੰਗ ਦਾ ਬਾਈਕਾਟ ਵੀ ਇੱਕ ਸੰਘਰਸ਼ ਦਾ ਤਰੀਕਾ ਆ ਗੌਰਵ ਜੀ, ਇੱਕ ਲੋਕਾਂ ਦੇ ਵਿੱਚ ਗੱਲ ਲਿਜਾਣ ਦਾ ਤਰੀਕਾ ਆ। ਇਹਦੇ ਨਾਲ ਹੀ ਝੁਕਣਗੇ, ਲੋਕਾਂ 'ਚ ਗੱਲ ਲੈ ਕੇ ਗਏ ਸੀ ਕਿਸਾਨ, ਅਸੀਂ ਵੀ ਸਪੋਰਟ ਕੀਤੀ, ਤਾਂ ਹੀ ਕੇਂਦਰ ਸਰਕਾਰ ਦੀਆਂ ਗੋਲੀਆਂ ਲੱਗੀਆਂ, ਕਿਉਂਕਿ ਇਹ ਤਾਂ ਸੁਪਰੀਮ ਕੋਰਟ ਤੇ ਵੀ ਕੁਝ ਨਹੀਂ ਸਮਝਦੇ। ਇਸ ਕਰਕੇ ਅਸੀਂ ਇਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ। ਦ੍ਰਿੜਤਾ ਨਾਲ ਆਮ ਆਦਮੀ ਪਾਰਟੀ ਲੜਾਈ ਲੜ ਰਹੀ ਹੈ। ਠੀਕ ਹੈ ਸਰ ਜੀ, ਮੈਂ ਮਾਫੀ ਚਾਹੁੰਦਾ, ਵਿਚਾਲੇ ਰੋਕ ਰਿਹਾ। ਹੁਣ ਸਮਾਂ ਮੇਰੇ ਕੋਲ ਖਤਮ ਹੋ ਚੱਲਿਆ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਜਿਸ ਤਰੀਕੇ ਦਾ ਹੈ, ਕਿਉਂਕਿ ਸਿੱਧਾ ਪੰਜਾਬ ਦੇ ਨਾਲ ਜੁੜਿਆ, ਇਸ ਕਰਕੇ ਵਿਚਾਰਨਾ, ਗੱਲ ਕਰਨੀ ਇਸ ਦੇ ਉੱਤੇ ਜ਼ਰੂਰੀ ਸੀ। ਹੁਣ ਪੁਆਇੰਟ ਆਖਿਰ ਦੇ ਵਿੱਚ ਉਹੀ ਹੈ ਕਿ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਜੇਕਰ ਪੰਜਾਬ ਨਹੀਂ ਜਾ ਰਿਹਾ ਤਾਂ ਨੁਕਸਾਨ ਕੀ ਹੋਏਗਾ। ਪੁਆਇੰਟ ਇਹ ਹੈ ਕਿ ਜੇਕਰ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਨਾ ਪਹੁੰਚ ਕੇ ਅਸੀਂ ਆਪਣਾ ਵਿਰੋਧ ਦਰਜ ਕਰਵਾਉਣ ਦੇ ਵਿੱਚ ਕਾਮਯਾਬ ਰਹਿ ਗਏ ਤਾਂ ਕੀ ਪੰਜਾਬ ਤੱਕ ਕੋਈ ਹੈਲਪ ਪਹੁੰਚ ਜਾਏਗੀ? ਆਮ ਆਦਮੀ ਪਾਰਟੀ ਇਹੀ ਉਮੀਦ ਕਰ ਰਹੀ ਹੈ, ਔਰ ਉਮੀਦ ਹੈ ਕਿ ਪੰਜਾਬ ਦਾ ਨੁਕਸਾਨ ਕਿਸੇ ਪੁਆਇੰਟ ਦੇ ਉੱਤੇ ਨਹੀਂ ਹੋਏਗਾ। ਪ੍ਰਾਈਮ ਟਾਈਮ ਅੱਜ ਦੇ ਲਈ ਨਹੀਂ।